हाँ जी, सब नूं पिक शो हो रही है जी। हाँ जी। ओके जी, ठीक है। ਆਪਾਂ रीड करते हैं। 8th टॉपिक है साडा कि सिख कौन है। ਆਪਾਂ सब बोलते हैं ना, ਆਪਾਂ सिख हाँ, ਆਪਾਂ सिख हाँ। सिख है कौन असल विच? जो इस्त्री जां पुरुष एक अकाल पुरख 10 गुरु साहिबान गुरु नानक देव जी तो लैके गुरु गोबिंद सिंह जी तक गुरु ग्रंथ साहिब जी ਅਤੇ 10 ਗੁਰੂ ਸਾਹਿਬਾਨ ਦੀ ਬਾਣੀ ਦੀ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਦਿੱਤੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਸਿੱਖ ਕੌਣ ਹੈ? ਕੋਈ ਵੀ ਲੇਡੀਜ਼ ਜਾਂ ਜੈਂਟਸ, ਕੋਈ ਮੇਲ ਜਾਂ ਕੋਈ ਫੀਮੇਲ ਜਿਹੜਾ ਇੱਕ ਅਕਾਲ ਪੁਰਖ ਨੂੰ ਮੰਨਦਾ, ਸਿਰਫ ਇੱਕ ਅਕਾਲ ਪੁਰਖ ਨੂੰ। 10 ਗੁਰੂ ਸਾਹਿਬਾਨ ਸਾਡੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਅਤੇ ਗੁਰੂ ਗ੍ਰੰਥ ਸਾਹਿਬ ਜੀ 10 ਗੁਰੂ ਸਾਹਿਬਾਨਾਂ ਦੀ ਬਾਣੀ ਅਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ, ਭਾਵ ਕਿ ਜੋ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦਾ ਹੈ, ਉਹਨਾਂ ਦੀ ਬਾਣੀ ਨੂੰ ਮੰਨਦਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਲਿਖੀ ਹੋਈ ਹੈ ਉਹਨਾਂ ਨੂੰ ਮੰਨਦਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਨੂੰ, ਜਿਹੜਾ ਅੰਮ੍ਰਿਤ ਛਕਾਉਂਦੇ ਆ ਉਹਨੂੰ ਮੰਨਦਾ, ਉਹਨਾਂ ਉੱਪਰ ਨਿਸ਼ਚਾ ਰੱਖਦਾ ਅਤੇ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਆਪਾਂ ਉਹਨੂੰ ਸਿੱਖ ਨਹੀਂ ਕਹਿ ਸਕਦੇ ਜਿਹੜਾ ਪਹਿਲੇ ਸਵੇਰੇ ਗੁਰਦੁਆਰੇ ਵੀ ਜਾਂਦਾ ਹੈ, ਉਸ ਤੋਂ ਬਾਅਦ ਉਹ ਸ਼ਾਮ ਨੂੰ ਮੰਦਰ ਵੀ ਜਾਂਦਾ ਹੈ, ਪੀਰਾਂ ਦੀ ਜਗ੍ਹਾ 'ਤੇ ਵੀ ਜਾਂਦਾ ਹੈ, ਪੂਜਾ ਵੀ ਕਰਦਾ ਹੈ, ਪੀਰਾਂ ਨੂੰ ਵੀ ਪੂਜਦਾ, ਉਹ ਸਿੱਖ ਨਹੀਂ ਹੈ। ਸਿੱਖ ਕੇਵਲ ਉਹ ਹੈ ਜਿਹੜਾ ਇੱਕ ਅਕਾਲ ਪੁਰਖ ਨੂੰ ਮੰਨਦਾ, ਇੱਕ ਪਰਮਾਤਮਾ ਨੂੰ ਮੰਨਦਾ। ਅਤੇ ਇਹਦੇ ਵਿੱਚ ਇਹ ਵੀ ਪੁਆਇੰਟ ਆ ਸਕਦਾ ਹੈ, ਜਿਵੇਂ ਹੁਣ ਕਿਹਾ ਜਾਂਦਾ ਹੈ ਦਸਮ ਗ੍ਰੰਥ ਦੀ ਬਾਣੀ। ਦਸਮ ਗ੍ਰੰਥ ਮਤਲਬ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਆਪਣੀ ਬਾਣੀ ਲਿਖੀ, ਲੇਕਿਨ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਐਡ ਨਹੀਂ ਕੀਤੀ, ਉਹਨੂੰ ਬਾਣੀ ਦਾ ਨਾਮ ਦਿੱਤਾ ਗਿਆ ਦਸਮ ਗ੍ਰੰਥ। ਉਹ ਗ੍ਰੰਥ ਦੀ ਬਾਣੀ ਵੀ ਪੜ੍ਹਨਾ ਮਨਾ ਨਹੀਂ ਹੈ, ਆਪਾਂ ਉਹ ਵੀ ਪੜ੍ਹ ਸਕਦੇ ਹਾਂ। ਕਈ ਕਹਿੰਦੇ ਆ ਨਹੀਂ ਜੀ ਦਸਮ ਗ੍ਰੰਥ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ ਹੀ ਨਹੀਂ, ਆਪਾਂ ਉਹ ਨਹੀਂ ਪੜ੍ਹਨੀ, ਜਾਂ ਇਸ ਗੱਲ 'ਤੇ ਵਿਤਕਰਾ ਕਰਦੇ ਆ ਜਾਂ ਲੜਾਈ ਝਗੜੇ ਕਰਦੇ ਆ। ਨਹੀਂ, ਇੱਥੇ ਮੈਂਸ਼ਨ ਕੀਤਾ ਹੋਇਆ, ਤੁਸੀਂ ਵੀ ਧਿਆਨ ਨਾਲ ਪੜ੍ਹੋ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਗ੍ਰੰਥ ਸਾਹਿਬ ਜੀ ਅਤੇ 10 ਗੁਰੂ ਸਾਹਿਬਾਨ ਦੀ ਬਾਣੀ, 10 ਗੁਰੂ ਸਾਹਿਬਾਨ ਦੀ ਬਾਣੀ ਅਤੇ ਉਹਨਾਂ ਦੀ ਸਿੱਖਿਆ। ਅਤੇ 10ਵੇਂ ਗੁਰੂ ਸਾਡੇ ਗੁਰੂ ਗੋਬਿੰਦ ਸਿੰਘ ਜੀ ਹੈ। ਦਸਮ ਗ੍ਰੰਥ ਉਹਨਾਂ ਦਾ ਹੈ, ਉਹਨਾਂ ਦਾ ਇੱਕ ਅਲੱਗ ਗ੍ਰੰਥ ਹੈ ਦਸਮ ਗ੍ਰੰਥ, ਜਿਹਦੇ ਵਿੱਚ ਜਾਪ ਸਾਹਿਬ ਦੀ ਬਾਣੀ ਹੈ, ਤਵ ਪ੍ਰਸਾਦ ਸਵਈਏ ਦੀ ਬਾਣੀ ਹੈ, ਜਿਹੜੀ ਆਪਾਂ ਨਿਤਨੇਮ ਦੇ ਟਾਈਮ 'ਤੇ ਕਰਦੇ ਹਾਂ, ਇਸ ਕਰਕੇ ਉਹ ਵੀ ਆਪਾਂ ਪੜ੍ਹ ਸਕਦੇ ਹਾਂ। ਠੀਕ ਹੈ ਜੀ। ਅੱਗੇ ਹੈ 9th ਸਿੱਖ ਦਾ ਗੁਰੂ, ਕਿ ਜਿਹੜਾ ਇੱਕ ਸਿੱਖ ਹੈ, ਉਹ ਸਿੱਖ ਦਾ ਗੁਰੂ ਕੌਣ ਹੈ? ਸਿੱਖ ਧਰਮ ਦੀ ਨੀਂਹ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ। 10 ਪਾਤਸ਼ਾਹੀਆਂ ਨੇ ਸਿੱਖੀ ਗੁਰਮਤ ਸਿਧਾਂਤ ਦਾ ਪ੍ਰਚਾਰ ਕੀਤਾ। 10 ਪਾਤਸ਼ਾਹੀਆਂ ਜਿਹੜੇ 10 ਗੁਰੂ ਸਾਹਿਬਾਨ ਸਾਡੇ ਹੋਏ ਹੈ, ਉਹਨਾਂ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ 1708 ਵਿੱਚ ਅੰਮ੍ਰਿਤਧਾਰੀ ਸਿੰਘਾਂ ਦਾ ਸਮੂਹ, ਮਤਲਬ ਅੰਮ੍ਰਿਤਧਾਰੀ ਸਿੰਘਾਂ ਦੀ ਚੋਣ ਕੀਤੀ ਸੀ ਅਤੇ ਪੰਥ ਦੀ ਮੌਜੂਦਗੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਖਸ਼ੀ ਸੀ। ਅੱਜ ਤੋਂ ਬਾਅਦ ਸਦੀਵੀ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ ਅਤੇ ਸਾਰਾ ਪੰਥ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਚੱਲੇਗਾ। ਮਤਲਬ 1708 ਈਸਵੀ ਵਿੱਚ 5 ਪਿਆਰਿਆਂ ਦੀ ਆਗਿਆ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਸੀ। ਸਾਡੇ ਗੁਰੂ ਕੌਣ ਹਨ? ਗੁਰੂ ਗ੍ਰੰਥ ਸਾਹਿਬ ਜੀ, ਮੌਜੂਦਾ ਗੁਰੂ ਗ੍ਰੰਥ ਸਾਹਿਬ ਜੀ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਗੁਰਗੱਦੀ ਬਖਸ਼ੀ ਸੀ। ਅੱਜ ਤੋਂ ਬਾਅਦ ਸਦੀਵੀ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ ਅਤੇ ਸਾਰਾ ਪੰਥ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਚੱਲੇਗਾ। ਮਤਲਬ ਅਗਵਾਈ ਮੀਨਸ ਕਿ ਗੁਰੂ ਗ੍ਰੰਥ ਸਾਹਿਬ ਜੀ ਜਿਵੇਂ ਕਹਿਣਗੇ ਉੱਦਾਂ ਹੋਏਗਾ। ਪੰਥ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਨਸਰ ਲਏਗਾ, ਸਾਰਾ ਪੰਥ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਗਿਆ ਲਏਗਾ ਅਗਰ ਕੋਈ ਵੀ ਕੰਮ ਕਰਨਾ ਹੋਏਗਾ ਤਾਂ। ਗੁਰੂ ਜੋਤ ਗ੍ਰੰਥ ਵਿੱਚ ਹੈ ਅਤੇ ਗੁਰੂ ਸਰੀਰ ਪੰਥ ਵਿੱਚ, ਕਿ ਗੁਰੂ ਦੀ ਜਿਹੜੀ ਜੋਤ ਹੈ ਉਹ ਗ੍ਰੰਥ ਵਿੱਚ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਹੈ, ਅਤੇ ਗੁਰੂ ਮਹਾਰਾਜ ਦਾ ਜਿਹੜਾ ਸਰੀਰ ਹੈ ਉਹ ਪੰਥ ਵਿੱਚ ਹੋਵੇਗਾ। ਅੱਜ ਤੋਂ ਬਾਅਦ ਕੋਈ ਵੀ ਦੇਹਧਾਰੀ ਮਨੁੱਖ ਗੁਰੂ ਨੂੰ ਨਹੀਂ ਹੋਵੇਗਾ ਜਾਂ ਨਹੀਂ ਬਣੇਗਾ। ਦੇਹਧਾਰੀ ਤੋਂ ਮਤਲਬ ਹੈ ਦੇਹਧਾਰੀ ਮਤਲਬ ਕਿ ਕੋਈ ਹੋਰ ਗੁਰੂ ਨੂੰ ਆਪਾਂ ਨਹੀਂ ਮੰਨਣਾ। ਗੁਰੂ ਗੋਬਿੰਦ ਸਿੰਘ ਜੀ ਜਦੋਂ ਤੱਕ ਸੀ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਅੱਗੋਂ ਗੁਰਗੱਦੀ ਬਖਸ਼ੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੁਕਮ ਦੇ ਕੇ ਗਏ
ਸਾਰੀ ਸੰਗਤ ਨੂੰ ਹੁਕਮ ਦੇ ਕੇ ਗਏ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਆਪਣਾ ਗੁਰੂ ਮੰਨਣਾ ਹੈ, ਉਸ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ। ਕੋਈ ਪੰਡਤ, ਕੋਈ ਪੀਰ, ਕੋਈ ਬਾਬੇ, ਕਿਸੇ ਨੂੰ ਵੀ ਆਪਾਂ ਗੁਰੂ ਨਹੀਂ ਮੰਨਣਾ, ਸਿਰਫ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ। ਅੱਜ ਤੋਂ ਬਾਅਦ ਕੋਈ ਵੀ ਦੇਹਧਾਰੀ ਮਨੁੱਖ ਗੁਰੂ ਨਹੀਂ ਹੋਵੇਗਾ। ਦੇਹਧਾਰੀ ਮਤਲਬ ਕਿ ਕੋਈ ਐਵੇਂ ਦਾ ਬੰਦਾ ਜਿਹੜਾ ਆਪਣੇ ਆਪ ਨੂੰ ਗੁਰੂ ਬਣਾ ਬੈਠੇ ਕਿ ਮੈਂ ਗੁਰੂ ਹਾਂ, ਨਹੀਂ। ਪੰਥ ਕੇਵਲ ਗੁਰੂ ਸਿਧਾਂਤ ਦੀ ਰੋਸ਼ਨੀ ਵਿੱਚ, ਹਾਲਾਤਾਂ ਵਿੱਚ ਅਨੁਸਾਰ ਸਮੇਂ-ਸਮੇਂ ਫੈਸਲਾ ਲੈ ਕੇ ਕੌਮੀ ਮਰਿਆਦਾ, ਪਰੰਪਰਾ ਅਤੇ ਪਵਿੱਤਰਤਾ ਨੂੰ ਬਣਾਈ ਰੱਖਣ ਲਈ ਯਤਨਸ਼ੀਲ ਰਹੇਗਾ। ਇਸ ਲਾਈਨ ਦਾ ਮਤਲਬ ਹੈ ਕਿ ਜਿਹੜਾ ਸਾਡਾ ਪੰਥ ਹੈ, ਖਾਲਸਾ ਪੰਥ ਹੈ, ਕੇਵਲ ਗੁਰੂ ਦੀ ਸਿਧਾਂਤ ਦੀ ਰੋਸ਼ਨੀ ਵਿੱਚ, ਕਿ ਗੁਰੂ ਦੇ ਕੀ ਸਿਧਾਂਤ ਹੈ, ਗੁਰੂ ਨੇ, ਪਰਮਾਤਮਾ ਨੇ ਸਾਡੇ ਲਈ ਕੀ ਰਹਿਤ ਬਣਾਈ ਹੈ, ਕੀ ਸਿਧਾਂਤ ਬਣਾਏ ਹੈ, ਰੂਲਸ ਕੀ ਬਣਾਏ ਹੈ ਗੁਰੂ ਸਾਹਿਬ ਨੇ, ਉਹ ਰੂਲਸ ਦੀ ਰੋਸ਼ਨੀ ਵਿੱਚ, ਰੂਲਸ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਹਾਲਾਤਾਂ ਅਨੁਸਾਰ ਆਪਣੇ ਸਮੇਂ-ਸਮੇਂ 'ਤੇ ਕੌਮੀ ਮਰਿਆਦਾ, ਪਰੰਪਰਾ ਅਤੇ ਪਵਿੱਤਰਤਾ ਨੂੰ ਬਣਾਈ ਰੱਖਣ ਲਈ ਯਤਨ ਕਰਨੇ ਹਨ। ਭਾਵ ਆਪਾਂ ਰੂਲਸ ਨੂੰ ਮੰਨਣਾ, ਜੋ ਰੂਲਸ ਗੁਰੂ ਮਹਾਰਾਜ ਨੇ ਬਣਾਏ ਆ ਉਹਨਾਂ ਨੂੰ ਫੋਲੋ ਕਰਨਾ। ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਸਤਿਗੁਰੂ ਜੀ ਦੀ ਜੋਤ ਹਨ ਅਤੇ ਖਾਲਸਾ ਪੰਥ ਗੁਰੂ ਦਾ ਸਰੀਰ ਹੈ। ਹੁਣ ਇੱਥੋਂ ਕੁਐਸਚਨ ਪੁੱਟ ਕੀਤਾ ਜਾ ਸਕਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੀਰ ਕਿੱਥੇ ਹੈ, ਤਾਂ ਆਪਾਂ ਬੋਲਾਂਗੇ ਖਾਲਸਾ ਪੰਥ ਵਿੱਚ। ਤੁਸੀਂ ਨਾਲ ਨਾਲ ਨੋਟ ਕਰਦੇ ਜਾਓ, ਅਗਰ ਮੈਂ ਕੋਈ ਕੁਐਸਚਨ ਬੋਲ ਰਹੀ ਹਾਂ ਨਾ, ਹੋ ਸਕਦਾ ਇਹ ਐਗਜ਼ਾਮ ਵਿੱਚ ਆ ਜਾਏ, ਕਿਉਂਕਿ ਇਹਦੇ 'ਚੋਂ ਟੌਪਿਕਸ 'ਚੋਂ ਜਿਹੜੇ ਕੁਐਸਚਨਸ ਬਣ ਰਹੇ ਆ, ਅਗਰ ਮੇਰੇ ਮਾਈਂਡ 'ਚ ਆ ਰਹੇ ਤੁਸੀਂ ਉਹ ਨੋਟ ਕਰ ਲਓ। ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਸਤਿਗੁਰੂ ਜੀ ਦੀ ਜੋਤ ਹਨ, ਤਾਂ ਇੱਦਾਂ ਕੁਐਸਚਨ ਪੁੱਟ ਕਰ ਸਕਦੇ ਆ ਉਹ ਕਿ ਅਕਾਲ ਪੁਰਖ ਸਤਿਗੁਰੂ ਦੀ ਜੋਤ ਕੌਣ ਹਨ। ਤੁਹਾਨੂੰ ਆਪਸ਼ਨ ਦਿੱਤੇ ਜਾ ਸਕਦੇ ਆ, ਗੁਰੂ ਗ੍ਰੰਥ ਸਾਹਿਬ ਜੀ, ਕੋਈ ਵੀ ਦੇਹਧਾਰੀ ਗੁਰੂ, ਕੋਈ ਹੋਰ ਬਾਬੇ, ਕੋਈ ਹੋਰ, ਇੱਦਾਂ ਆਪਸ਼ਨਸ ਆ ਸਕਦੀਆਂ। ਤਾਂ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਸਤਿਗੁਰੂ ਜੀ ਦੀ ਜੋਤ ਹਨ, ਕਿ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹਨਾਂ ਦੀ ਜੋਤ ਕਿਹਦੇ ਵਿੱਚ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਜਿਹੜਾ ਅਕਾਲ ਪੁਰਖ ਹੈ, ਜਿਹਨੇ ਸਭ ਕੁਝ ਬਣਾਇਆ, ਜਿਹਦੇ ਹੁਕਮ ਵਿੱਚ ਸਭ ਕੁਝ ਹੋ ਰਿਹਾ। ਜਦੋਂ ਆਪਾਂ ਮੂਲ ਮੰਤਰ ਪੜ੍ਹਦੇ ਹਾਂ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰਗ, ਜਦੋਂ ਆਪਾਂ ਉਹਦੇ 'ਚ ਪੜ੍ਹਦੇ ਹਾਂ ਤਾਂ ਸਾਨੂੰ ਉੱਥੋਂ ਪਤਾ ਲੱਗਦਾ ਕਿ ਜਿਹੜਾ ਅਕਾਲ ਪੁਰਖ ਹੈ ਪਰਮਾਤਮਾ ਵਾਹਿਗੁਰੂ ਜੀ ਹੈ ਨਾ, ਉਹ ਅਕਾਲ ਪੁਰਖ ਜਿਹੜਾ ਹੈ ਸਤਿਗੁਰੂ ਜੀ ਦੀ ਜੋਤ ਹਨ। ਗੁਰੂ ਗ੍ਰੰਥ ਸਾਹਿਬ ਜੀ ਜੋਤ ਹੈ, ਗੁਰੂ ਗ੍ਰੰਥ ਸਾਹਿਬ ਜੀ ਹੈ, ਅਕਾਲ ਪੁਰਖ ਵਾਹਿਗੁਰੂ ਜੀ ਜੋਤ ਹਨ। ਅਤੇ ਜਿਹੜਾ ਖਾਲਸਾ ਪੰਥ ਹੈ ਉਹ ਗੁਰੂ ਮਹਾਰਾਜ ਦਾ ਸਰੀਰ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੀਰ ਹੈ। ਇਸ ਕਰਕੇ ਆਪਾਂ ਇਹ ਲਾਈਨ ਯਾਦ ਰੱਖਣੀ ਹੈ, ਬਹੁਤ ਇੰਪੋਰਟੈਂਟ ਹੈ। ਨੈਕਸਟ ਹੈ, ਇਸ ਲਈ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਮੁਤਾਬਿਕ ਚੱਲਣ ਵਾਲਾ ਗੁਰੂ ਦਾ ਪੰਥ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵਾਹਿਗੁਰੂ ਜੀ ਦੇ ਉਪਦੇਸ਼ ਹਨ। ਇਸ ਲਾਈਨ 'ਚ ਇਹ ਲਾਸਟ 2-3 ਲਾਈਨਸ ਵੀ ਇੰਪੋਰਟੈਂਟ ਹੈ। ਇਸ ਲਈ ਸਿੱਖ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਦਾ ਹੈ। ਅਗਰ ਕੁਐਸਚਨ ਸਿੱਧਾ ਹੀ ਇਹ ਆ ਜਾਂਦਾ ਸਾਡਾ ਗੁਰੂ ਕੌਣ ਹੈ, ਇੱਕ ਆ ਸਕਦਾ ਹੈ ਗੁਰੂ ਨਾਨਕ ਦੇਵ ਜੀ। ਹੁਣ ਅਗਰ ਆ ਸਕਦਾ ਮੌਜੂਦਾ ਗੁਰੂ ਕੌਣ ਹਨ, ਕਿ ਗੁਰੂ ਨਾਨਕ ਦੇਵ ਜੀ ਨੇ, ਪਹਿਲੀ ਆਪਸ਼ਨ ਆ ਸਕਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ, ਸੈਕਿੰਡ ਆਪਸ਼ਨ ਆ ਸਕਦੀ ਹੈ ਕੋਈ ਦੇਹਧਾਰੀ ਗੁਰੂ, ਥਰਡ ਆਪਸ਼ਨ ਆ ਸਕਦੀ ਹੈ ਕੋਈ ਮਾਤਾ ਜਾਂ ਫਿਰ ਸਾਡੇ ਕੋਈ ਹੋਰ ਪੀਰਾਂ ਨੂੰ ਆਪਾਂ ਗੁਰੂ ਮੰਨ ਸਕਦੇ ਹਾਂ, ਇੱਦਾਂ ਕੁਛ। ਤਾਂ ਆਪਾਂ ਧਿਆਨ ਰੱਖਣਾ, ਆਪਾਂ ਚੀਜ਼ ਨੂੰ ਸਮਝਣਾ ਕਿ ਸਾਡੇ ਗੁਰੂ ਕੌਣ ਹਨ, ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਮੁਤਾਬਿਕ ਚੱਲਣ ਵਾਲਾ ਗੁਰੂ ਦਾ ਪੰਥ ਹੈ। ਜਿਹੜਾ ਪੰਥ ਗੁਰੂ ਦੀ ਮਰਿਆਦਾ ਵਿੱਚ ਚੱਲੇ ਉਹਨੂੰ ਗੁਰੂ ਦਾ ਪੰਥ ਬੋਲਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਾਹਿਗੁਰੂ ਜੀ ਦੇ ਉਪਦੇਸ਼ ਹਨ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਰੇ ਉਪਦੇਸ਼ ਦਿੱਤੇ ਹੋਏ ਆ ਉਹਨਾਂ ਨੇ ਵਾਹਿਗੁਰੂ ਜੀ ਦੇ, ਕਿ ਆਪਾਂ ਲਾਈਫ 'ਚ ਕਿੱਦਾਂ ਜੀਣਾ, ਕਿੱਦਾਂ ਕੀ ਕਰਨਾ, ਆਪਣੇ ਆਪ ਨੂੰ ਕੋਈ ਵੀ ਡਿਸੀਜ਼ਨ ਲੈਣਾ, ਕੀ ਕਰਨਾ ਆਪਾਂ। ਅਗਰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ 1430 ਅੰਗਾਂ ਦੀ ਸਾਰੀ ਬਾਣੀ ਵਿਚਾਰਾਂਗੇ ਤਾਂ ਸਾਨੂੰ ਉੱਥੋਂ ਦੀ ਪਤਾ ਲੱਗਦਾ, ਉੱਥੋਂ ਸਾਨੂੰ ਸੇਧ ਮਿਲਦੀ ਹੈ। ਜਿੱਦਾਂ ਐਗਜ਼ਾਮਪਲ ਹੈ, ਗੁਰੂ ਮਹਾਰਾਜ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀ ਮੂਰਖ ਮੁਗਧ ਕਰੇਨ। ਤਾਂ ਗੁਰੂ ਮਹਾਰਾਜ ਸਮਝਾਉਂਦੇ ਕਿ ਆਪਾਂ ਕਿਸੇ ਦੀ ਵੀ ਨਿੰਦਾ ਨਹੀਂ ਕਰਨੀ। ਆਪਾਂ ਆਪਣੀ ਡੇਲੀ ਲਾਈਫ 'ਚ ਬਹੁਤ ਨਿੰਦਾ ਕਰਦੇ ਹਾਂ, ਲੇਕਿਨ ਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਨਿੰਦਾ ਕਿਸੇ ਦੀ ਵੀ ਨਹੀਂ ਕਰਨੀ। ਮੂਰਖ ਮੁਗਧ ਕਰੇਨ, ਇੱਦਾਂ ਕੌਣ ਕਰਦਾ, ਮੂਰਖ ਲੋਕ ਕਰਦੇ ਆ ਐਵੇਂ। ਇਸ ਕਰਕੇ ਆਪਾਂ ਬਾਣੀ ਤੋਂ ਸੇਧ ਲੈਣੀ ਹੈ। ਨੈਕਸਟ ਹੈ ਸਾਡੇ ਕੋਲ ਗੁਰਦੁਆਰੇ ਜਾਣਾ। ਮੈਂ ਨੈਕਸਟ ਪਿਕ ਲਗਾ ਰਹੀ ਹਾਂ
ਕਿਸੇ ਨੂੰ ਕੋਈ ਵੀ ਡਾਊਟ ਹੋਏਗਾ ਨਾ, ਤੁਸੀਂ ਉਸੇ ਟਾਈਮ ਹੈਂਡ ਰੇਜ਼ ਕਰ ਸਕਦੇ ਹੋ। ਤੁਹਾਨੂੰ ਅਗਰ ਕੋਈ ਗੱਲ ਨਹੀਂ ਸਮਝ ਆਉਂਦੀ, ਕੋਈ ਲਾਈਨ ਨਹੀਂ, ਵਰਡ ਨਹੀਂ ਸਮਝ ਆਉਂਦਾ, ਤੁਹਾਨੂੰ ਸਭ ਨੂੰ ਪੰਜਾਬੀ ਆਉਂਦੀ ਹੈ ਨਾ, ਕੋਈ ਐਵੇਂ ਦਾ ਤਾਂ ਨਹੀਂ ਜਿਹਨੂੰ ਪੰਜਾਬੀ ਵੀ ਨਹੀਂ ਆਉਂਦੀ। ਓਕੇ ਜੀ, ਠੀਕ ਹੈ। ਹਾਂਜੀ, 10th ਪੁਆਇੰਟ ਹੈ ਗੁਰਦੁਆਰੇ ਜਾਣਾ। ਹੁਣ ਗੁਰੂ ਮਹਾਰਾਜ ਸਾਨੂੰ ਕੀ ਦੱਸ ਰਹੇ ਹੈ? ਵਾਹਿਗੁਰੂ ਜੀ ਦੀ ਸਿਫਤ ਕਰਨ ਲਈ ਅਸੀਂ ਗੁਰਦੁਆਰੇ ਜਾਂਦੇ ਹਾਂ। ਮਤਲਬ ਗੁਰੂ ਮਹਾਰਾਜ ਦੀ ਸਿਫਤ ਕਰਨ ਲਈ ਹਰ ਇੱਕ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਸਾਨੂੰ ਬੜੇ ਸਤਿਕਾਰ ਨਾਲ ਸਾਫ਼ ਸੁਥਰੇ ਹੋ ਕੇ ਗੁਰਦੁਆਰੇ ਜਾਣਾ ਚਾਹੀਦਾ ਹੈ। ਬੜੇ ਪ੍ਰੇਮ ਨਾਲ ਮੱਥਾ ਟੇਕਣਾ ਚਾਹੀਦਾ ਹੈ। ਜੇਕਰ ਪੈਸੇ ਆਦਿ ਭੇਟਾ ਕਰਨੇ ਹੋਣ ਤਾਂ ਦੂਰੋਂ ਨਹੀਂ ਸੁੱਟਣੇ, ਸਗੋਂ ਬੜੇ ਆਰਾਮ ਨਾਲ ਗੋਲਕ ਵਿੱਚ ਪਾਉਣੇ ਚਾਹੀਦੇ ਹਨ। ਹਾਂਜੀ, ਇਹ 4 ਲਾਈਨਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਇਨ ਸ਼ਾਰਟ ਕਿ ਆਪਾਂ ਕਿਉਂ ਜਾਂਦੇ ਹਾਂ ਗੁਰਦੁਆਰੇ। ਸਭ ਤੋਂ ਪਹਿਲੇ ਅਗਰ ਸਾਨੂੰ ਪੁੱਛਦਾ ਕਿ ਆਪਾਂ ਗੁਰਦੁਆਰੇ ਜਾਣਾ ਕਿਉਂ ਜਾਣਾ, ਗੁਰੂ ਮਹਾਰਾਜ ਦੀ ਸਿਫਤ ਕਰਨ ਵਾਸਤੇ, ਗੁਰੂ ਮਹਾਰਾਜ ਦੀ ਸਿਫਤ ਸਲਾਹ ਕਰਨੀ, ਗੁਰੂ ਮਹਾਰਾਜ ਦੇ ਗੀਤ ਗਾਉਣ ਵਾਸਤੇ, ਮਤਲਬ ਪਰਮਾਤਮਾ ਦੀ ਸਿਫਤ ਸਲਾਹ ਕਰਨੀ, ਪਰਮਾਤਮਾ ਦੀ ਪੂਜਾ ਕਰਨ ਜਾਂ ਫਿਰ ਪਰਮਾਤਮਾ ਨੂੰ ਗਾਉਣ ਵਾਸਤੇ, ਪਰਮਾਤਮਾ ਦੇ ਕੀਰਤਨ ਗਾਇਨ ਕਰਨ ਵਾਸਤੇ, ਉਹਨਾਂ ਦੀ ਸਿਫਤ ਕਰਨ ਵਾਸਤੇ ਕਿ ਪਰਮਾਤਮਾ ਜੀ ਇੰਨੇ ਚੰਗੇ ਹਨ, ਪਰਮਾਤਮਾ ਵਰਗਾ ਕੋਈ ਵੀ ਨਹੀਂ ਹੈ। ਇਸ ਕਰਕੇ ਪਰਮਾਤਮਾ ਦੀ ਸਿਫਤ ਸਲਾਹ ਕਰਨ ਆਪਾਂ ਗੁਰਦੁਆਰੇ ਜਾਣਾ। ਹਰੇਕ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਇਹੋ ਜਿਹਾ ਕੋਈ ਗੁਰਦੁਆਰਾ ਨਹੀਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਹੋਵੇ। ਸਾਨੂੰ ਬੜੇ ਸਤਿਕਾਰ ਨਾਲ ਸਾਫ਼ ਸੁਥਰੇ ਹੋ ਕੇ ਗੁਰਦੁਆਰੇ ਜਾਣਾ ਚਾਹੀਦਾ ਹੈ। ਇੱਥੇ ਇੱਕ ਪੁਆਇੰਟ ਆਉਂਦਾ ਹੈ ਕਿ ਆਪਾਂ ਸਤਿਕਾਰ ਨਾਲ ਜਾਣਾ ਅਤੇ ਆਪਣੇ ਆਪ ਨੂੰ ਵੀ ਸਾਫ਼ ਸੁਥਰੇ ਰੱਖ ਕੇ ਜਾਣਾ। ਇਹ ਨਹੀਂ ਕਿ ਆਪਾਂ ਗੰਦੇ ਮੰਦੇ ਕੱਪੜੇ ਪਾਏ ਅਤੇ ਆਪਾਂ ਗੁਰਦੁਆਰੇ ਚਲੇ ਗਏ। ਗੁਰਦੁਆਰੇ ਦੀ ਵੀ ਸੁਚਮਤਾ ਰੱਖਣੀ ਹੈ, ਆਪਣੀ ਵੀ ਸੁਚਮਤਾ ਰੱਖਣੀ ਹੈ। ਸਾਫ਼ ਸੁਥਰੇ ਹੋ ਕੇ ਗੁਰਦੁਆਰੇ ਜਾਣਾ, ਨਹਾ ਧੋ ਕੇ ਜਾਣਾ। ਭਾਵੇਂ ਠੰਡ ਹੈ, ਭਾਵੇਂ ਗਰਮੀ ਹੈ, ਜੋ ਮਰਜ਼ੀ ਹੈ, ਸਾਫ਼ ਸੁਥਰੇ ਕੱਪੜੇ ਪਾ ਕੇ ਅਤੇ ਨਹਾ ਕੇ ਗੁਰਦੁਆਰੇ ਜਾਣਾ। ਅਗਰ ਇਨ ਕੇਸ ਕਦੇ ਤੁਸੀਂ ਨਹੀਂ ਨਹਾ ਸਕਦੇ, ਨੋ ਪ੍ਰੋਬਲਮ। ਵੈਸੇ ਹਮੇਸ਼ਾ ਕੋਸ਼ਿਸ਼ ਕਰੋ ਰੈਗੂਲਰਲੀ ਨਹਾਉਣਾ ਜ਼ਰੂਰੀ ਹੈ। ਬੜੇ ਪ੍ਰੇਮ ਨਾਲ ਮੱਥਾ ਟੇਕਣਾ, ਪੈਸੇ ਦੂਰੋਂ ਨਹੀਂ ਸੁੱਟਣੇ, ਆਰਾਮ ਨਾਲ ਗੋਲਕ ਵਿੱਚ ਪਾਉਣੇ ਹਨ। ਆਪਾਂ ਕਦੇ ਦੇਖਦੇ ਹਾਂ, ਸਾਰੀ ਸੰਗਤ ਤਾਂ ਨਹੀਂ, ਉਹਦੇ 'ਚੋਂ ਕੁਛ 5% ਲੋਕ ਐਵੇਂ ਦੇ ਹੁੰਦੇ ਆ ਕਿ ਭਾਵੇਂ ਉਹਨਾਂ ਕੋਲ 100 ਰੁਪਏ ਹੋਵੇ ਮੱਥਾ ਟੇਕਣ ਲਈ, ਭਾਵੇਂ 10 ਰੁਪਏ ਹੋਣ, ਉਹਨਾਂ ਦੂਰੋਂ ਹੀ ਵਗਾ ਕੇ ਸੁੱਟਦੇ ਆ। ਜਾਂ ਕੋਈ ਕੀਰਤਨ ਦਰਬਾਰ 'ਚ ਆਪਾਂ ਦੇਖੀਏ ਕਿਤੇ ਪੈਸੇ ਭੇਟਾ ਕਰਨੇ ਆ ਅਤੇ ਆਪਾਂ ਆਰਾਮ ਨਾਲ ਕਰਨੇ ਆ, ਜਲਦੀ ਜਾਂ ਫਿਰ ਵਗਾ ਕੇ ਗੁਰੂ ਮਹਾਰਾਜ ਵੱਲ ਨਹੀਂ ਸੁੱਟਣੇ। ਪਿਆਰ ਨਾਲ, ਸਤਿਕਾਰ ਨਾਲ, ਆਦਰ ਨਾਲ ਗੁਰੂ ਮਹਾਰਾਜ ਦੀ ਗੋਲਕ ਦੇ ਵਿੱਚ ਪੈਸੇ ਪਾਉਣੇ ਆ। ਅਗਰ ਗੋਲਕ ਨਹੀਂ ਹੈ ਤਾਂ ਕੋਈ ਜਿਹੜਾ ਵੀ ਕੱਪੜਾ ਵਿਛਾਇਆ ਹੁੰਦਾ ਹੈ, ਕੋਈ ਚਾਦਰ ਵਿਛਾਈ ਹੁੰਦੀ ਹੈ, ਉੱਥੇ ਬੜੇ ਪ੍ਰੇਮ ਨਾਲ, ਆਰਾਮ ਨਾਲ ਰੱਖਣੇ ਆ, ਵਗਾ ਕੇ ਨਹੀਂ ਮਾਰਨੇ। ਫਿਰ ਸੰਗਤ ਵੱਲ ਮੂੰਹ ਕਰਕੇ ਮਨ ਵਿੱਚ ਸਹਿਜ ਨਾਲ ਫਤਿਹ ਬੁਲਾਉਣੀ ਚਾਹੀਦੀ ਹੈ। ਸੰਗਤ ਵਿੱਚ ਜਿੱਥੇ ਥਾਂ ਮਿਲੇ ਬੈਠ ਕੇ ਕੀਰਤਨ ਜਾਂ ਕਥਾ ਸੁਣਨਾ ਚਾਹੀਦਾ ਹੈ। ਆਪਾਂ ਮੰਨ ਲਓ ਮੱਥਾ ਟੇਕ ਲਿਆ, ਮੱਥਾ ਟੇਕ ਕੇ ਫਿਰ ਕਈ ਸੰਗਤ ਹੈ ਗੁਰੂ ਮਹਾਰਾਜ ਦੇ ਆਲੇ ਦੁਆਲੇ ਇੱਕ ਵਾਰ ਪਰਿਕਰਮਾ ਕਰਕੇ ਫਿਰ ਉਹਨਾਂ ਨੇ ਬੈਠਣਾ ਹੁੰਦਾ। ਜਦੋਂ ਆਪਾਂ ਬੈਠਣਾ ਹੁੰਦਾ ਨਾ, ਆਪਾਂ ਪਰਿਕਰਮਾ ਕਰ ਲਈ, ਆਪਾਂ ਹੁਣ ਬੈਠਣਾ ਹੈ, ਆਪਾਂ ਹੱਥ ਜੋੜ ਕੇ ਸਾਰੀ ਸੰਗਤ ਨੂੰ ਹੱਥ ਜੋੜਨੇ ਆ ਅਤੇ ਆਪਣੇ ਮਨ ਵਿੱਚ ਹੀ ਫਤਿਹ ਬੁਲਾ ਲੈਣੀ ਆ ਕਿ ਭਾਵ ਜਦੋਂ ਆਪਾਂ ਬੈਠਣ ਲੱਗੇ ਹਾਂ, ਜਿਹੜੀ ਸੰਗਤ ਬੈਠੀ ਹੋਈ ਹੈ, ਜਿਹੜੀ ਮੌਜੂਦਾ ਸੰਗਤ ਬੈਠੀ ਹੋਈ ਹੈ, ਉਹਨਾਂ ਨੂੰ ਮਨ ਵਿੱਚ ਹੀ ਫਤਿਹ ਬੁਲਾ ਲਓ ਅਤੇ ਉਸ ਤੋਂ ਬਾਅਦ ਜਿੱਥੇ ਵੀ ਜਗ੍ਹਾ ਮਿਲੇ ਬੈਠੋ ਅਤੇ ਕੀਰਤਨ ਕਥਾ ਸਭ ਕੁਝ ਸੁਣੋ। ਫਿਰ ਅੱਗੇ ਹੈ, ਗੁਰਦੁਆਰੇ ਵਿੱਚ ਬੈਠ ਕੇ ਸਾਨੂੰ ਗੱਲਾਂ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ। ਉਸ ਟਾਈਮ 'ਤੇ ਸਾਨੂੰ ਦੋਨੋਂ ਹੱਥ ਜੋੜ ਕੇ ਬੜੇ ਸਤਿਕਾਰ ਨਾਲ ਖੜਾ ਹੋਣਾ ਚਾਹੀਦਾ ਹੈ। ਜਦੋਂ ਅਰਦਾਸ ਹੁੰਦੀ ਹੋਵੇ ਉਦੋਂ ਆਪਾਂ ਬੜੇ ਸਤਿਕਾਰ ਨਾਲ ਖੜੇ ਹੋਣਾ ਹੈ, ਗੱਲਾਂ ਨਹੀਂ ਕਰਨੀਆਂ। ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਮੁੱਖ ਵਾਕ ਧਿਆਨ ਨਾਲ ਸੁਣਨਾ ਚਾਹੀਦਾ ਹੈ। ਦੀਵਾਨ ਦੀ ਸਮਾਪਤੀ ਤੋਂ ਬਾਅਦ ਬੜੇ ਸਤਿਕਾਰ ਨਾਲ ਬੈਠ ਕੇ ਕੜਾਹ ਪ੍ਰਸ਼ਾਦ ਲੈਣਾ ਚਾਹੀਦਾ ਹੈ। ਕੜਾਹ ਪ੍ਰਸ਼ਾਦ ਲੈਣ ਲੱਗਿਆਂ ਵੀ ਕਾਹਲੀ ਨਹੀਂ ਕਰਨੀ। ਇਹ ਕੁਛ ਰੂਲਸ ਹੈ। ਗੁਰਦੁਆਰੇ ਜਾ ਕੇ ਆਪਾਂ ਆਪਣੇ ਆਪ ਨੂੰ ਕਿੱਦਾਂ ਮੇਨਟੇਨ ਰੱਖਣਾ ਹੈ, ਕਿੱਦਾਂ ਆਪਾਂ ਉੱਥੇ ਕਿਵੇਂ ਵਰਤਾਵ ਕਰਨਾ ਗੁਰਦੁਆਰੇ ਜਾ ਕੇ। ਕਾਹਲੀ ਨਹੀਂ ਪਾਉਣੀ, ਮੱਥਾ ਟੇਕਣ ਲੱਗਿਆ ਵੀ ਭਾਜੜ ਨਹੀਂ ਪਾਉਣੀ ਕਿ ਫਟਾਫਟ ਗਏ ਆਪਾਂ ਦੌੜਦੇ ਗਏ ਮੱਥਾ ਟੇਕਣ ਵਾਸਤੇ, ਫਟਾਫਟ ਮੱਥਾ ਟੇਕਿਆ, ਫਟਾਫਟ ਆਪਾਂ ਉੱਥੋਂ ਦੀ ਗੋਲ ਚੱਕਰ ਪਰਿਕਰਮਾ ਕੀਤੀ, ਫਟਾਫਟ ਬਾਹਰ ਆ ਗਏ। ਨਹੀਂ, ਜਲਦਬਾਜ਼ੀ ਨਹੀਂ ਕਰਨੀ। ਆਰਾਮ ਨਾਲ ਅੰਦਰ ਜਾਓ, ਗੁਰਦੁਆਰੇ ਦੇ ਸਹਿਜ ਦੇ ਨਾਲ ਅੰਦਰ ਜਾ ਕੇ
ਉਸ ਤੋਂ ਬਾਅਦ ਗੁਰੂ ਮਹਾਰਾਜ ਨੂੰ ਮੱਥਾ ਟੇਕੋ। ਜੋ ਤੁਸੀਂ ਮਾਇਆ ਭੇਟ ਕਰਨੀ ਹੈ ਗੁਰੂ ਮਹਾਰਾਜ ਨੂੰ ਭੇਟ ਕਰਕੇ, ਗੁਰੂ ਮਹਾਰਾਜ ਦੀ ਆਲੇ ਦੁਆਲੇ ਇੱਕ ਪਰਿਕਰਮਾ ਕਰਕੇ, ਫਿਰ ਉਸ ਤੋਂ ਬਾਅਦ ਆਪਣੇ ਮਨ 'ਚ ਸਾਰੀ ਸੰਗਤ ਨੂੰ ਫਤਿਹ ਬੁਲਾ ਕੇ ਹੱਥ ਜੋੜ ਕੇ ਅਤੇ ਬੈਠ ਜਾਣਾ। ਕੀਰਤਨ ਕਥਾ ਸੁਣਨਾ। ਜਦੋਂ ਅਰਦਾਸ ਹੋਣ ਲੱਗੇ, ਅਰਦਾਸ ਟਾਈਮ 'ਤੇ ਤੁਸੀਂ ਹੱਥ ਜੋੜ ਕੇ ਖੜ੍ਹੇ ਹੋਣਾ ਹੈ। ਅਰਦਾਸ 'ਚ ਨਿਮਰਤਾ ਦੇ ਨਾਲ, ਕੋਈ ਗੱਲਾਂ ਨਹੀਂ ਕਰਨੀਆਂ, ਨਿਮਰਤਾ ਦੇ ਨਾਲ ਹੱਥ ਜੋੜ ਕੇ ਖੜ੍ਹੇ ਹੋਣਾ। ਉਸ ਤੋਂ ਬਾਅਦ ਫਿਰ ਜਦੋਂ ਗੁਰੂ ਮਹਾਰਾਜ ਦਾ ਹੁਕਮਨਾਮਾ ਜਦੋਂ ਹੁੰਦਾ, ਜਦੋਂ ਆਪਾਂ ਵਾਕ ਲੈਂਦੇ ਹਾਂ, ਜਿਹਨੂੰ ਆਪਾਂ ਮੁੱਖ ਵਾਕ ਕਹਿੰਦੇ ਹਾਂ। ਮੁੱਖ ਵਾਕ ਦਾ ਮਤਲਬ ਹੈ ਮੁੱਖ ਤੋਂ ਨਿਕਲਿਆ ਹੋਇਆ ਵਾਕ, ਮਤਲਬ ਗੁਰੂ ਮਹਾਰਾਜ ਦੇ ਮੁੱਖ ਤੋਂ ਨਿਕਲਿਆ ਹੋਇਆ ਵਾਕ। ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਵੀ ਧਿਆਨ ਨਾਲ ਸੁਣਨਾ ਹੈ, ਚਾਹੇ ਸਾਨੂੰ ਸਮਝ ਲੱਗ ਰਹੀ ਹੈ ਨਹੀਂ ਸਮਝ ਲੱਗ ਰਹੀ। ਉਸ ਟਾਈਮ 'ਤੇ ਆਪਾਂ ਕਿਸੇ ਨਾਲ ਵੀ ਕੋਈ ਗੱਲ ਨਹੀਂ ਕਰਨੀ। ਅਗਰ ਸਾਡਾ ਫ਼ੋਨ ਵੱਜ ਰਿਹਾ, ਪਹਿਲੀ ਗੱਲ ਤਾਂ ਜਦੋਂ ਗੁਰਦੁਆਰੇ ਜਾਓ ਫ਼ੋਨ ਨੂੰ ਵਾਈਬ੍ਰੇਸ਼ਨ ਜਾਂ ਫਿਰ ਫ਼ੋਨ ਨੂੰ ਸਾਇਲੈਂਟ ਮੋਡ ਰੱਖੋ ਕਿ ਗੁਰਦੁਆਰੇ ਜਾ ਕੇ ਸਾਨੂੰ ਫ਼ੋਨ ਤੰਗ ਨਾ ਕਰੇ। ਅਤੇ ਆਪਣਾ ਧਿਆਨ ਜਿਹੜਾ ਹੈ ਅਰਦਾਸ ਅਤੇ ਹੁਕਮਨਾਮਾ ਦੇ ਟਾਈਮ 'ਤੇ ਹੁਕਮਨਾਮੇ 'ਚ ਵਾਕ ਵਿੱਚ ਲਗਾਓ। ਅਗਰ ਵਾਕ ਸਮਝ ਨਹੀਂ ਆ ਰਿਹਾ ਤਾਂ ਵੀ ਹੱਥ ਜੋੜ ਕੇ ਪਰਮਾਤਮਾ ਦੇ ਵਿੱਚ ਆਪਣਾ ਮਨ ਜੋੜ ਕੇ ਵਾਕ ਸੁਣਨਾ। ਫਿਰ ਜਦੋਂ ਸਮਾਪਤੀ ਹੋ ਜਾਏ ਅਰਦਾਸ ਅਤੇ ਵਾਕ ਤੋਂ ਬਾਅਦ, ਦੀਵਾਨ ਦੀ ਸਮਾਪਤੀ ਤੋਂ ਬਾਅਦ ਵੀ ਸਤਿਕਾਰ ਨਾਲ ਬੈਠ ਕੇ ਕੜਾਹ ਪ੍ਰਸ਼ਾਦ ਲੈਣਾ ਹੈ। ਕੜਾਹ ਪ੍ਰਸ਼ਾਦ ਲੈਣ ਲੱਗਿਆਂ ਵੀ ਕਾਹਲੀ ਨਹੀਂ ਕਰਨੀ ਕਿ ਭਾਈ ਸਾਹਿਬ ਜੀ ਮੈਨੂੰ ਛੇਤੀ ਦੇ ਦਿਓ, ਛੇਤੀ ਦੇ ਦਿਓ, ਮੈਂ ਜਲਦੀ ਘਰ ਜਾਣਾ। ਇਸ ਕਰਕੇ ਕਾਹਲੀ ਨਹੀਂ ਕਰਨੀ। ਸਾਨੂੰ ਸਿਰ ਢੱਕ ਕੇ ਹੀ ਗੁਰਦੁਆਰੇ ਜਾਣਾ ਚਾਹੀਦਾ ਹੈ। ਵਾਪਸੀ ਵੇਲੇ ਜੋੜੇ ਲੈਣ ਲੱਗਿਆਂ ਵੀ ਕਾਹਲੀ ਨਹੀਂ ਕਰਨੀ। ਸਾਨੂੰ ਗੁਰਦੁਆਰੇ ਦੇ ਅਨੁਸ਼ਾਸਨ ਦਾ ਪਾਬੰਦ ਰਹਿਣਾ ਚਾਹੀਦਾ ਹੈ। ਗੁਰਦੁਆਰੇ ਅੰਦਰ ਕੋਈ ਵੀ ਨਸ਼ੇ ਵਾਲੀ ਵਸਤੂ ਲੈ ਕੇ ਜਾਣਾ ਮਨ੍ਹਾ ਹੈ। ਅਗਰ ਇੱਥੇ ਕੁਐਸਚਨ ਆ ਸਕਦਾ ਕਿ ਕਿਹੜੀ ਵਸਤੂ ਲੈ ਕੇ ਜਾਣਾ ਗੁਰਦੁਆਰੇ ਅੰਦਰ, ਕਿਹੜੀ ਵਸਤੂ ਲੈ ਕੇ ਜਾਣਾ ਮਨ੍ਹਾ ਹੈ। ਲਾਈਕ ਪਹਿਲੇ ਆ ਸਕਦਾ ਪਰਸ ਲੈ ਕੇ ਜਾਣਾ, ਸੈਕਿੰਡ ਆ ਸਕਦਾ ਤੰਬਾਕੂ, ਬੀੜੀ, ਸਿਗਰਟ, ਜਾਂ ਫਿਰ ਹੋਰ ਵੀ ਕੁਛ ਇੱਦਾਂ ਦੀਆਂ ਚੀਜ਼ਾਂ ਲਿਖੀਆਂ ਜਾ ਸਕਦੀਆਂ, ਸ਼ਰਾਬ, ਜਾਂ ਫਿਰ ਇਹ ਲਿਖਿਆ ਜਾ ਸਕਦਾ ਕੋਈ ਨਸ਼ੇ ਵਾਲੀ ਚੀਜ਼, ਜਾਂ ਫਿਰ ਹੋਰ ਆ ਸਕਦਾ ਹੈ ਕਿ ਆਪਣਾ ਪੈਸੇ ਲੈ ਕੇ ਅੰਦਰ ਨਹੀਂ ਜਾਣਾ। ਤਾਂ ਵਿੱਚੋਂ ਰਾਈਟ ਆਪਸ਼ਨ ਹੈ ਕਿ ਕੋਈ ਵੀ ਨਸ਼ੇ ਵਾਲੀ ਚੀਜ਼ ਜਾਂ ਸ਼ਰਾਬ, ਬੀੜੀ, ਤੰਬਾਕੂ, ਸਿਗਰਟ, ਇੱਦਾਂ ਦਾ ਕੋਈ ਵੀ ਚੀਜ਼ ਗੁਰਦੁਆਰੇ ਅੰਦਰ ਲੈ ਕੇ ਨਹੀਂ ਜਾਣਾ। ਅਗਰ ਉਹ ਬੰਦਾ ਹੈ ਜਿਹੜਾ ਸ਼ਰਾਬੀ ਹੋਵੇ, ਜਾਂ ਕੋਈ ਜਿਹੜਾ ਸ਼ਰਾਬ ਪੀਂਦਾ ਹੋਵੇ, ਜਾਂ ਫਿਰ ਜਿਹੜਾ ਤੰਬਾਕੂ ਖਾਂਦਾ ਵੀ ਹੋਵੇ, ਅਗਰ ਉਹਨੇ ਵੀ ਗੁਰਦੁਆਰੇ ਮੱਥਾ ਟੇਕਣ ਜਾਣਾ ਤਾਂ ਉਹਨੇ ਉੱਦਾਂ ਦਾ ਕੋਈ ਵੀ ਸਮਾਨ ਨਾਲ ਨਹੀਂ ਲੈ ਕੇ ਜਾਣਾ। ਸਾਫ਼ ਸੁਥਰਾ ਹੋ ਕੇ ਮੱਥਾ ਟੇਕਣ ਜਾਣਾ ਅਤੇ ਜੋ ਉਹ ਸਮਾਨ ਵਰਤਦਾ ਉਹਨੂੰ ਅੰਦਰ ਨਹੀਂ ਲੈ ਕੇ ਜਾਣਾ। ਇਹ ਉਹਨੂੰ ਆਪ ਪਤਾ ਹੋਵੇ। ਐਂਡ ਉਸ ਤੋਂ ਉੱਪਰ ਜਿਹੜਾ ਉਹਨਾਂ ਨੇ ਬੋਲਿਆ ਕਿ ਗੁਰਦੁਆਰੇ ਸਿਰ ਢੱਕ ਕੇ ਜਾਣਾ ਹੈ। ਕਈ ਲੇਡੀਜ਼ ਹੈ ਲਾਈਕ ਦੁਪੱਟਾ ਲੈ ਕੇ ਜਾਂਦੀਆਂ, ਲੇਕਿਨ ਉਹਨਾਂ ਦੇ ਨਾ ਅੱਗੋਂ ਸਾਰੇ ਜਿੱਦਾਂ ਹਿੰਦੂ ਟਾਈਪ ਦੇ, ਹਿੰਦੂ ਦੇ ਵਿੱਚ ਜਿਹੜੇ ਹਿੰਦੂ ਰਿਲੀਜਨ ਹੈ, ਜਦੋਂ ਉਹ ਮੰਦਿਰ ਜਾਂਦੀਆਂ ਉਹ ਜਸਟ ਐਵੇਂ ਥੋੜ੍ਹਾ ਜਿਹਾ ਦੁਪੱਟਾ ਅੱਗੇ ਕਰ ਲੈਂਦੀਆਂ ਸਿਰ 'ਤੇ ਨਾ, ਬਾਕੀ ਸਾਰਾ ਸਿਰ ਨੰਗਾ ਹੁੰਦਾ, ਸਾਰੇ ਅੱਗੋਂ ਵੀ ਪਿੱਛੋਂ ਵੀ ਵਾਲ ਨੰਗੇ ਹੁੰਦੇ ਆ। ਐਵੇਂ ਨਹੀਂ ਕਰਨਾ, ਪ੍ਰੋਪਰਲੀ ਆਪਣਾ ਸਿਰ ਢੱਕ ਕੇ ਜਾਣਾ। ਉਸ ਤੋਂ ਬਾਅਦ ਵਾਪਸੀ ਆਉਂਦਿਆਂ ਵੇਲੇ ਵੀ ਜਦੋਂ ਜੋੜੇ ਲੈਣੇ ਹੈ ਕਾਹਲੀ ਨਹੀਂ ਕਰਨੀ। ਉਸ ਤੋਂ ਬਾਅਦ ਗੁਰਦੁਆਰੇ ਦੇ ਅਨੁਸ਼ਾਸਨ ਦਾ ਪਾਬੰਦ ਰਹਿਣਾ। ਆਪਾਂ ਗੁਰਦੁਆਰੇ ਜਾ ਕੇ ਉਹ ਰੂਲਸ ਰੈਗੂਲੇਸ਼ਨਸ ਨੂੰ ਫੋਲੋ ਕਰਨੇ ਆ। ਗੁਰਦੁਆਰੇ ਦਾ ਇੱਕ ਡਿਸਿਪਲਿਨ ਹੈ ਜਿਹਨੂੰ ਆਪਾਂ ਮੰਨਣਾ। ਗੁਰਦੁਆਰੇ ਅੰਦਰ ਕੋਈ ਵੀ ਨਸ਼ੇ ਵਾਲੀ ਵਸਤੂ ਨਹੀਂ ਲੈ ਕੇ ਜਾਣੀ। ਹੁਣ ਨੈਕਸਟ ਹੈ ਮੱਥਾ ਟੇਕਣਾ। ਮੱਥਾ ਕਿਵੇਂ ਟੇਕਣਾ? ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਦੇ ਹਾਂ। ਮੱਥਾ ਟੇਕਣ ਤੋਂ ਭਾਵ ਕੀ ਹੈ? ਮੱਥਾ ਟੇਕਣ ਤੋਂ ਭਾਵ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਹਰ ਇੱਕ ਹੁਕਮ ਮੰਨਣ ਲਈ ਅਸੀਂ ਤਿਆਰ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਿਰੰਕਾਰ ਰੂਪ ਹੈ, ਮਨੁੱਖ ਭੁੱਲਣਹਾਰ ਹੈ। ਇਸ ਲਈ ਸਾਨੂੰ ਕਿਸੇ ਮਨੁੱਖ ਅੱਗੇ ਮੱਥਾ ਟੇਕਣਾ ਸ਼ੋਭਾ ਨਹੀਂ ਦਿੰਦਾ। ਆਪਾਂ ਕਿਸੇ ਮਨੁੱਖ ਨੂੰ ਮੱਥਾ ਨਹੀਂ ਟੇਕਣਾ। ਜਦੋਂ ਆਪਾਂ ਗੁਰਦੁਆਰੇ ਜਾ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਮੱਥਾ ਟੇਕ ਰਹੇ ਹਾਂ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਰਹੇ ਹਾਂ ਤਾਂ ਉਹਦਾ ਕੀ ਮਤਲਬ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਮੱਥਾ ਕਿਉਂ ਟੇਕ ਰਹੇ ਹਾਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਤੋਂ ਬਹੁਤ ਵੱਡੇ ਹੈ, ਬਹੁਤ ਉੱਚੇ ਹੈ, ਅਤੇ ਆਪਾਂ ਉਹਨਾਂ ਦੇ ਆਦੇਸ਼ਾਂ ਦਾ ਪਾਲਣ ਕਰ ਰਹੇ ਹਾਂ। ਭਾਵ ਆਪਾਂ ਉਹਨਾਂ ਦਾ ਹਰ ਹੁਕਮ ਮੰਨਣ ਲਈ ਤਿਆਰ ਹਾਂ। ਗੁਰੂ ਮਹਾਰਾਜ ਸਾਨੂੰ ਜੋ ਵੀ ਹੁਕਮ ਕਰਨਗੇ ਆਪਾਂ ਉਹਨਾਂ ਦਾ ਹੁਕਮ ਮੰਨਣ ਲਈ ਤਿਆਰ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਿਰੰਕਾਰ ਰੂਪ ਹੈ, ਮਨੁੱਖ ਹੈ ਭੁੱਲਣਹਾਰ। ਭੁੱਲਣਹਾਰ ਦਾ ਮਤਲਬ ਕਿ ਆਪਾਂ ਬਹੁਤ ਭੁਲੱਕੜ ਹਾਂ, ਬਹੁਤ ਗਲਤੀਆਂ ਕਰਦੇ ਹਾਂ, ਬਹੁਤ ਜ਼ਿਆਦਾ ਭੁੱਲ ਜਾਂਦੇ ਹਾਂ, ਸਾਨੂੰ ਯਾਦ ਨਹੀਂ ਰਹਿੰਦਾ। ਗੁਰੂ ਮਹਾਰਾਜ ਸਾਨੂੰ ਕਹਿੰਦੇ ਹੈ ਅੰਮ੍ਰਿਤ ਵੇਲੇ ਜਾਗੋ, ਲੇਕਿਨ ਆਪਾਂ ਅੰਮ੍ਰਿਤ ਵੇਲੇ ਨਹੀਂ ਜਾਗਦੇ, ਆਪਾਂ ਸੌਂ ਜਾਂਦੇ ਹਾਂ। ਸਾਨੂੰ ਯਾਦ ਨਹੀਂ ਰਹਿੰਦੀ ਕਿ ਗੁਰੂ ਮਹਾਰਾਜ ਨੇ ਸਾਨੂੰ ਆਦੇਸ਼ ਕੀਤਾ ਕਿ ਅੰਮ੍ਰਿਤ ਵੇਲੇ ਜਾਗਣਾ। ਅਤੇ ਉਸ ਤੋਂ ਬਾਅਦ
ਮਨੁੱਖ ਭੁੱਲਣਹਾਰ ਹੈ, ਇਸ ਲਈ ਸਾਨੂੰ ਕਿਸੇ ਮਨੁੱਖ ਅੱਗੇ ਮੱਥਾ ਨਹੀਂ ਟੇਕਣਾ। ਅਗਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਵੀ ਕੋਈ ਵੱਡਾ ਲੀਡਰ ਆ ਜਾਏ, ਕੋਈ ਹੋਰ ਵੱਡਾ ਆ ਜਾਏ, ਕੋਈ ਪੋਲੀਟੀਕਲ ਸੈਸ਼ਨ ਦਾ ਕੋਈ ਹੋਰ ਬੰਦਾ ਆ ਜਾਏ, ਤਾਂ ਆਪਾਂ ਉਹਨੂੰ ਮੱਥਾ ਟੇਕਣਾ ਸ਼ੁਰੂ ਨਹੀਂ ਕਰ ਦੇਣਾ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉੱਥੇ ਆਪਾਂ ਕਿਸੇ ਨੂੰ ਵੀ ਮੱਥਾ ਨਹੀਂ ਟੇਕ ਸਕਦੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਹੋਰ ਕੋਈ ਨਹੀਂ ਹੈ। ਅਤੇ ਜਿਹੜਾ ਕੋਈ ਮਨੁੱਖ ਹੈ ਉਹ ਭੁੱਲਣਹਾਰ ਹੈ, ਭਾਵ ਬਹੁਤ ਗਲਤੀਆਂ ਕਰਨ ਵਾਲਾ ਹੈ, ਭੁੱਲਾਂ ਕਰਨ ਵਾਲੇ ਹਾਂ ਆਪਾਂ, ਬਹੁਤ ਭੁੱਲਾਂ ਕਰ ਦਿੰਦੇ ਹਾਂ। ਇਸ ਕਰਕੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ, ਹੋਰ ਕਿਸੇ ਨੂੰ ਮੱਥਾ ਨਹੀਂ ਟੇਕਣਾ। ਮੱਥਾ ਟੇਕਣ ਤੋਂ ਬਾਅਦ ਖੜ੍ਹੇ ਹੋ ਕੇ ਮਨ ਵਿੱਚ ਸਹਿਜ ਨਾਲ ਫਤਿਹ ਬੁਲਾਉਣੀ ਚਾਹੀਦੀ ਹੈ। ਸਿੱਖ ਕਿਸੇ ਵੀ ਮੂਰਤੀ ਜਾਂ ਫੋਟੋ ਅੱਗੇ ਮੱਥਾ ਨਹੀਂ ਟੇਕ ਸਕਦਾ। ਸਿੱਖ ਕਬਰਾਂ ਜਾਂ ਮੜੀਆਂ ਨੂੰ ਵੀ ਮੱਥਾ ਨਹੀਂ ਟੇਕ ਸਕਦਾ। ਕਿਸੇ ਸਾਧ ਸੰਤ ਅੱਗੇ ਵੀ ਮੱਥਾ ਨਹੀਂ ਟੇਕ ਸਕਦਾ। ਸਿੱਖ ਕੇਵਲ ਸ਼ਬਦ ਨੂੰ ਹੀ ਗੁਰੂ ਤੇ ਮੱਥਾ ਟੇਕਣ ਯੋਗ ਮੰਨਦਾ ਹੈ। ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ ਹੈ। ਇਸ ਪੈਰੇ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਿੱਖ ਨੇ ਕਿਸੇ ਵੀ ਮੂਰਤੀ ਨੂੰ, ਕਿਸੇ ਵੀ ਫੋਟੋ ਨੂੰ ਮੱਥਾ ਨਹੀਂ ਟੇਕਣਾ। ਆਪਾਂ ਜਿੰਨੀਆਂ ਵੀ ਘਰ 'ਚ ਫੋਟੋ ਲਗਾਈਆਂ ਹੁੰਦੀਆਂ ਨਾ, ਗੁਰੂ ਗ੍ਰੰਥ ਸਾਹਿਬ ਜੀ ਜਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ, ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਕਿਸੇ ਦੀ ਵੀ ਫੋਟੋ, ਉਹ ਜਸਟ ਫੋਟੋ ਲਗਾਈ ਗਈ ਹੈ ਇੱਕ ਰੈਫਰੈਂਸ ਵਾਸਤੇ, ਤਾਂ ਕਿ ਸਾਨੂੰ ਯਾਦ ਰਵੇ ਕਿ ਸਾਡੇ ਗੁਰੂ ਮਹਾਰਾਜ ਜੀ ਐਵੇਂ ਦੇ ਸਨ, ਜਾਂ ਫਿਰ ਸਾਨੂੰ ਯਾਦ ਰਵੇ ਕਿ ਮਤਲਬ ਗੁਰੂ ਮਹਾਰਾਜ ਦਾ ਐਵੇਂ ਦਾ ਆਪਣਾ ਚਿਹਰਾ ਸੀ ਜਾਂ ਸਭ ਕੁਛ, ਲੇਕਿਨ ਉਹ ਐਗਜ਼ੈਕਟ ਉੱਦਾਂ ਦੇ ਨਹੀਂ ਸਨ। ਕਿਉਂਕਿ ਜਿਹੜੇ ਪੇਂਟਰਸ ਹੈ, ਜਿਨ੍ਹਾਂ ਨੇ ਪੇਂਟਿੰਗਸ ਬਣਾਈਆਂ, ਜਿਨ੍ਹਾਂ ਨੇ ਡਰਾਇੰਗਸ ਬਣਾਈਆਂ, ਫੋਟੋਆਂ ਬਣਾਈਆਂ, ਉਹ ਵੀ ਉਸ ਟਾਈਮ 'ਤੇ ਮੌਜੂਦ ਨਹੀਂ ਸਨ ਜਦੋਂ ਗੁਰੂ ਮਹਾਰਾਜ ਰਹਿੰਦੇ ਸਨ। ਇਸ ਕਰਕੇ ਆਪਾਂ ਉਹਨਾਂ ਨੂੰ ਗੁਰੂ ਨਹੀਂ ਮੰਨਣਾ। ਗੁਰੂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਹਨ। ਪਿਕਸ, ਫੋਟੋਗ੍ਰਾਫਸ ਅਸੀਂ ਜਸਟ ਇੱਕ ਰੈਫਰੈਂਸ ਵਾਸਤੇ ਆਪਣੇ ਘਰ ਲਗਾਈਆਂ ਕਿ ਸਾਨੂੰ ਧਿਆਨ ਰਵੇ ਕਿ ਸਾਡਾ ਜਿਹੜਾ ਘਰ ਹੈ ਉਹ ਸਿੱਖਾਂ ਦਾ ਘਰ ਹੈ। ਆਪਾਂ ਸਿੱਖਾਂ ਨੂੰ ਮੰਨਦੇ ਹਾਂ, ਆਪਾਂ ਗੁਰੂ ਮਹਾਰਾਜ ਨੂੰ ਮੰਨਦੇ ਹਾਂ, ਲੇਕਿਨ ਆਪਾਂ ਇਹ ਫੋਟੋਆਂ ਨੂੰ ਗੁਰੂ ਨਹੀਂ ਮੰਨਣਾ। ਆਪਾਂ ਕਿਸੇ ਮੂਰਤੀ ਨੂੰ ਵੀ ਗੁਰੂ ਨਹੀਂ ਮੰਨਣਾ। ਕੋਈ ਕਬਰਾਂ ਨੂੰ ਮੱਥਾ ਨਹੀਂ ਟੇਕਣਾ, ਕੋਈ ਮੜੀਆਂ ਨੂੰ ਮੱਥਾ ਨਹੀਂ ਟੇਕਣਾ, ਕੋਈ ਪੀਰਾਂ ਦੀ ਜਗ੍ਹਾ 'ਤੇ ਨਹੀਂ ਜਾਣਾ, ਕਿਤੇ ਵੀ ਮੱਥਾ ਨਹੀਂ ਟੇਕਣਾ। ਆਪਣਾ ਸਿਰ ਝੁਕਾਉਣਾ ਹੈ ਤਾਂ ਕੇਵਲ ਇੱਕ ਪਰਮਾਤਮਾ ਦੇ ਅੱਗੇ, ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ। ਆਪਾਂ ਨੂੰ ਇਹ ਕੁਐਸਚਨ ਆ ਸਕਦਾ ਹੈ ਕਿ ਸਿੱਖ ਕਿਸੇ ਦੇਹਧਾਰੀ ਗੁਰੂ ਨੂੰ ਜਾਂ ਕਿਸੇ ਹੋਰ ਨੂੰ ਮੱਥਾ ਟੇਕ ਸਕਦਾ ਹੈ? ਤਾਂ ਆਪਸ਼ਨ ਹੋਣਗੇ ਬਿਲਕੁਲ ਨਹੀਂ, ਫਿਰ ਹੋਏਗਾ ਹਾਂਜੀ, ਜਾਂ ਹੋਏਗਾ ਕਦੀ ਕਦੀ। ਤਾਂ ਵਿੱਚੋਂ ਆਪਾਂ ਕੀ ਟਿਕ ਕਰਾਂਗੇ? ਬਿਲਕੁਲ ਨਹੀਂ, ਕਿ ਆਪਾਂ ਕਿਸੇ ਵੀ ਗੁਰੂ ਨੂੰ ਮੱਥਾ ਨਹੀਂ ਟੇਕ ਸਕਦੇ ਸਿਵਾਏ ਗੁਰੂ ਗ੍ਰੰਥ ਸਾਹਿਬ ਜੀ ਨੂੰ। ਠੀਕ ਹੈ ਜੀ, ਹੁਣ ਆਪਾਂ 12th ਪੁਆਇੰਟ ਚੱਲਦੇ ਹਾਂ। ਨੈਕਸਟ ਹੈ ਸਾਡੇ ਕੋਲ ਪ੍ਰਸ਼ਾਦ। ਹਾਂਜੀ, ਕੜਾਹ ਪ੍ਰਸ਼ਾਦ। ਗੁਰਦੁਆਰੇ ਵਿੱਚ ਕੇਵਲ ਕੜਾਹ ਪ੍ਰਸ਼ਾਦ ਪੂਰਨ ਮਰਿਆਦਾ ਵਿੱਚ ਅਤੇ ਵਿਧੀ ਅਨੁਸਾਰ ਗੁਰਦੁਆਰਾ ਪਰਿਸਰ ਦੇ ਅੰਦਰ ਸਾਫ਼ ਸੁਥਰੀ ਜਗ੍ਹਾ ਤਿਆਰ ਕਰਕੇ ਦੀਵਾਨ ਹਾਲ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਲਿਆਂਦਾ ਜਾਂਦਾ ਹੈ। ਹੋਰ ਕੋਈ ਵੀ ਪ੍ਰਸ਼ਾਦ ਕਿਸੇ ਅਣਜਾਣ ਸ਼ਰਧਾਲੂ ਵੱਲੋਂ ਲਿਆ ਕੇ ਰੱਖਣ ਅਤੇ ਵਰਤਾਉਣ ਦੀ ਆਗਿਆ ਨਹੀਂ ਹੈ। ਅਜਿਹਾ ਕਰਮ ਇਸ ਧਾਰਮਿਕ ਸੰਸਥਾ ਦੀ ਮਰਿਆਦਾ ਦਾ ਉਲੰਘਣ ਹੋਵੇਗਾ। ਬਰਫੀ, ਲੱਡੂ, ਪੇੜੇ, ਬੂੰਦੀ, ਪਿੰਨੀਆਂ, ਜਲੇਬੀਆਂ, ਪੰਜੀਰੀ, ਪਤਾਸੇ, ਫੁੱਲੀਆਂ, ਇਲਾਚੀ, ਨਾਰੀਅਲ, ਫਲ ਆਦਿ ਕਿਸੇ ਪ੍ਰਕਾਰ ਦਾ ਪ੍ਰਸ਼ਾਦ ਦੇ ਤੌਰ 'ਤੇ ਗੁਰਦੁਆਰਾ ਸਾਹਿਬ ਵਿਖੇ ਨਾ ਲਿਆਂਦਾ ਜਾਵੇ। ਗੁਰੂ ਮਹਾਰਾਜ ਸਾਨੂੰ ਕੀ ਬੋਲ ਰਿਹਾ ਹੈ ਪ੍ਰਸ਼ਾਦ ਬਾਰੇ? ਕਿਉਂਕਿ ਜਦੋਂ ਤੱਕ ਆਪਾਂ ਪੜ੍ਹਾਂਗੇ ਨਹੀਂ ਨਾ ਸਾਡੇ ਬਾਰੇ ਆਪਣੇ ਆਹ ਸਾਰੇ ਮੁੱਢਲੇ ਸਿਧਾਂਤ ਜਾਂ ਰਹਿਤ ਮਰਿਆਦਾ, ਸਾਨੂੰ ਪਤਾ ਨਹੀਂ ਚੱਲੇਗਾ ਕਿ ਕੀ ਮਰਿਆਦਾ। ਸਭ ਤੋਂ ਪਹਿਲਾਂ ਪ੍ਰਸ਼ਾਦ। ਗੁਰਦੁਆਰੇ ਵਿੱਚ ਕੇਵਲ ਕੜਾਹ ਪ੍ਰਸ਼ਾਦ ਪੂਰਨ ਮਰਿਆਦਾ ਅਤੇ ਵਿਧੀ ਅਨੁਸਾਰ ਗੁਰਦੁਆਰਾ ਪਰਿਸਰ ਦੇ ਅੰਦਰ ਸਾਫ਼ ਸੁਥਰੀ ਜਗ੍ਹਾ ਤਿਆਰ ਕਰਕੇ ਦੀਵਾਨ ਹਾਲ ਵਿੱਚ ਗੁਰਦੁਆਰੇ ਦੀ ਹਜ਼ੂਰੀ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲਿਆਂਦਾ ਜਾਵੇ। ਭਾਵ ਕਿ ਕੜਾਹ ਪ੍ਰਸ਼ਾਦ ਜੋ ਹੈ ਪੂਰੀ ਮਰਿਆਦਾ ਦੇ ਨਾਲ ਤਿਆਰ ਕਰਨਾ ਹੈ, ਪੂਰੀ ਵਿਧੀ ਦੇ ਨਾਲ ਤਿਆਰ ਕਰਨਾ ਹੈ ਅਤੇ ਸਾਫ਼ ਸੁਥਰੀ ਜਗ੍ਹਾ 'ਤੇ ਤਿਆਰ ਕਰਕੇ ਫਿਰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲਿਆਉਣਾ। ਹੋਰ ਕੋਈ ਵੀ ਪ੍ਰਸ਼ਾਦ ਕਿਸੇ ਅਣਜਾਣ ਸ਼ਰਧਾਲੂ ਵੱਲੋਂ ਲਿਆ ਕੇ ਰੱਖਣ ਅਤੇ ਵਰਤਾਉਣ ਦੀ ਆਗਿਆ ਨਹੀਂ ਹੈ। ਕਿ ਅਗਰ ਕੋਈ ਅਣਜਾਣ ਸ਼ਰਧਾਲੂ ਕੋਈ ਵੀ ਆਪਣੇ ਘਰੋਂ ਕੜਾਹ ਪ੍ਰਸ਼ਾਦ ਬਣਾ ਕੇ ਲੈ ਕੇ ਆਉਂਦਾ ਹੈ ਤਾਂ ਗੁਰੂ ਮਹਾਰਾਜ ਇਸ ਧਰਮ ਵਿੱਚ
ਵਰਤਾਉਣ ਦੀ ਆਗਿਆ ਨਹੀਂ ਲੈਂਦੇ। ਲੇਕਿਨ ਆਪਾਂ ਕਈ ਗੁਰਦੁਆਰਿਆਂ 'ਚ ਦੇਖਿਆ ਜਾਂਦਾ ਕਿ ਕਈ ਸੰਗਤਾਂ ਆਪਣੇ ਘਰੋਂ ਕੜਾਹ ਪ੍ਰਸ਼ਾਦ ਬਣਾ ਕੇ ਲੈ ਕੇ ਆਉਂਦੀਆਂ ਅਤੇ ਗੁਰਦੁਆਰੇ ਜਾ ਕੇ ਉੱਥੇ ਭੋਗ ਲਗਾਇਆ ਜਾਂਦਾ ਅਤੇ ਵਰਤਾਇਆ ਜਾਂਦਾ। ਲੇਕਿਨ ਇੱਥੇ ਲਿਖਿਆ ਹੋਇਆ ਅਣਜਾਣ ਸ਼ਰਧਾਲੂ ਵੱਲੋਂ ਕੜਾਹ ਪ੍ਰਸ਼ਾਦ ਲਿਆ ਕੇ ਵਰਤਾਉਣ ਵਾਸਤੇ ਮਰਿਆਦਾ ਆਗਿਆ ਨਹੀਂ ਦਿੰਦੀ। ਨੈਕਸਟ ਹੈ ਅਜਿਹਾ ਕਰਮ ਇਸ ਧਾਰਮਿਕ ਸੰਸਥਾ ਦੀ ਮਰਿਆਦਾ ਦਾ ਉਲੰਘਣ ਹੋਵੇਗਾ। ਅਣਜਾਣ ਸ਼ਰਧਾਲੂ 'ਚ ਹੋ ਸਕਦਾ ਹੈ ਕੋਈ ਹੋਰ ਸੰਗਤਾਂ ਵੀ ਆ ਸਕਦੀਆਂ। ਇੱਕ ਵਾਰ ਪੁਆਇੰਟ ਮੈਂ ਕਨਫਰਮ ਕਰ ਦਾਂਗੀ। ਲਾਈਕ ਅਗਰ ਡੇਲੀ ਸੰਗਤਾਂ ਜਿਹੜੀਆਂ ਗੁਰਦੁਆਰੇ ਜਾ ਰਹੀਆਂ, ਅਗਰ ਉਹ ਆਪਣੇ ਘਰੋਂ ਕੜਾਹ ਪ੍ਰਸ਼ਾਦ ਬਣਾ ਕੇ ਲੈ ਕੇ ਜਾਣ, ਕੀ ਉਹ ਪ੍ਰਵਾਨ ਨਹੀਂ ਹੋਏਗਾ? ਇਹ ਮੈਂ ਤੁਹਾਨੂੰ ਕਨਫਰਮ ਕਰਕੇ ਦੱਸਾਂਗੀ ਕਿ ਅਣਜਾਣ ਸ਼ਰਧਾਲੂ ਤੋਂ ਕੀ ਮਤਲਬ ਹੈ। ਨੈਕਸਟ ਹੈ ਬਰਫੀ, ਲੱਡੂ, ਪੇੜੇ, ਬੂੰਦੀ, ਪਿੰਨੀਆਂ, ਜਲੇਬੀਆਂ, ਪੰਜੀਰੀ, ਜਿੰਨੇ ਵੀ ਇੱਥੇ ਚੀਜ਼ਾਂ ਲਿਖੀਆਂ ਹੋਈਆਂ, ਕਿਸੇ ਵੀ ਪ੍ਰਕਾਰ ਦਾ ਪਦਾਰਥ ਪ੍ਰਸ਼ਾਦ ਦੇ ਤੌਰ 'ਤੇ ਗੁਰਦੁਆਰਾ ਸਾਹਿਬ ਵਿਖੇ ਨਾ ਲਿਆਂਦਾ ਜਾਵੇ। ਕਈ ਬਹੁਤ ਸੰਗਤ ਹੈ ਜਿਹੜੀ ਆਪਣੀ ਕੋਈ ਬਰਥਡੇ ਹੁੰਦਾ ਹੈ, ਐਨੀਵਰਸਰੀ ਹੁੰਦੀ ਹੈ, ਹੋਰ ਕੋਈ ਵੀ ਪ੍ਰੋਗਰਾਮ ਹੁੰਦਾ, ਕੋਈ ਪ੍ਰਸ਼ਾਦ ਲੈ ਕੇ ਆਉਂਦੇ ਹੈ, ਗੁਲਾਬ ਜਾਮੁਨ, ਲੱਡੂ, ਪੇੜੇ, ਸਮੋਸੇ, ਬਰਫੀ ਵਗੈਰਾ। ਇਹ ਸਭ ਕੁਝ ਪ੍ਰਸ਼ਾਦ ਨਹੀਂ ਹਨ। ਜਿਹੜਾ ਪ੍ਰਸ਼ਾਦ ਦਾ ਦਰਜਾ ਨਾ ਕੇਵਲ ਕੜਾਹ ਪ੍ਰਸ਼ਾਦ ਨੂੰ ਮਿਲਿਆ ਹੋਇਆ, ਉਸ ਤੋਂ ਇਲਾਵਾ ਹੋਰ ਕਿਸੇ ਚੀਜ਼ ਨੂੰ ਵੀ ਇਹ ਚੀਜ਼ਾਂ 'ਚੋਂ ਦਰਜਾ ਨਹੀਂ ਮਿਲਿਆ ਹੋਇਆ ਪ੍ਰਸ਼ਾਦ ਦਾ। ਕਿਸੇ ਪ੍ਰਕਾਰ ਦਾ ਪਦਾਰਥ ਪ੍ਰਸ਼ਾਦ ਦੇ ਤੌਰ 'ਤੇ ਗੁਰਦੁਆਰਾ ਸਾਹਿਬ ਵਿਖੇ ਨਾ ਲਿਆਂਦਾ ਜਾਵੇ। ਸਿੱਖ ਸ਼ਕਲ ਧਾਰਨ ਕਰਕੇ ਜੋ ਲੋਕ ਮੰਗਲਵਾਰ ਨੂੰ ਬੂੰਦੀ, ਸ਼ਨੀਵਾਰ ਨੂੰ ਕਾਲੇ ਛੋਲਿਆਂ ਦਾ ਡੋਲੂ ਗੁਰਦੁਆਰੇ ਲਿਆਉਣ ਦੀ ਜਿੱਦ ਕਰਦੇ ਹਨ, ਮੁੱਖ ਦੁਆਰ 'ਤੇ ਖੜ੍ਹਾ ਸੇਵਾਦਾਰ ਅਜਿਹੀਆਂ ਭੇਟਾਵਾਂ ਬਾਹਰ ਹੀ ਰਖਵਾ ਦੇਵੇ। ਜਿੱਦਾਂ ਕਹਿੰਦੇ ਨਾ ਸ਼ਨੀਵਾਰ ਨੂੰ ਕਾਲੇ ਚਨੇ ਬਣਾ ਕੇ ਲੈ ਕੇ ਜਾਣੇ ਹੈ, ਮੰਗਲਵਾਰ ਨੂੰ ਬੂੰਦੀ ਲੈ ਕੇ ਜਾਣੀ ਹੈ। ਨਹੀਂ, ਸਾਡੇ ਇਸ ਧਰਮ ਵਿੱਚ ਕੋਈ ਵੀ ਐਵੇਂ ਦਾ ਵਹਿਮ ਭਰਮ ਨਹੀਂ ਹੈ ਅਤੇ ਕੋਈ ਵੀ ਐਵੇਂ ਦੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਮਨਮਤ ਹੈ, ਇਹ ਗੁਰਮਤ ਨਹੀਂ ਹੈ। ਇਸੇ ਤਰ੍ਹਾਂ ਕਿਸੇ ਪ੍ਰਕਾਰ ਦੀ ਫੁੱਲ ਪੱਤੀ, ਮਾਲਾ, ਗੁਲਦਸਤਾ ਆਦਿ ਨਾ ਲਿਆਂਦਾ ਜਾਵੇ। ਜੋ ਸ਼ਰਧਾ ਦਾ ਬਹਾਨਾ ਕਰਦੇ ਹਨ ਉਹ ਗੁਰੂ ਸ਼ਬਦ ਦੇ ਸਮਝਣ ਅਤੇ ਪਾਲਨ ਕਰਨ, ਭਾਵ ਅਰਥ ਸਮਝਣ ਗੁਰੂ ਮਹਾਰਾਜ ਦੇ ਅਤੇ ਪਾਲਨ ਕਰਨ। ਗੁਰੂ ਨਾਲ ਸੱਚੀ ਸ਼ਰਧਾ ਨਿਭਾ ਸਕਦੇ ਹਨ ਅਤੇ ਗੁਰੂ ਦੀਆਂ ਖੁਸ਼ੀਆਂ ਮਾਣ ਸਕਦੇ ਹਨ। ਕਈ ਜਾਣੇ ਆਪਣੀ ਸ਼ਰਧਾ ਦੇ ਨਾਲ ਫਲਾਰ ਲੈ ਕੇ ਆਉਂਦੇ ਆ ਗੁਰੂ ਮਹਾਰਾਜ ਨੂੰ ਭੇਟਾ ਕਰਨ ਵਾਸਤੇ, ਬਟ ਸਾਡੀ ਇਸ ਮਰਿਆਦਾ, ਸਾਡੀ ਇਸ ਗੁਰਮਤ ਵਿੱਚ ਇਸ ਚੀਜ਼ ਨੂੰ ਉਹਨਾਂ ਨੇ ਕੋਈ ਵੀ ਜਗ੍ਹਾ ਨਹੀਂ ਦਿੱਤੀ। ਸਿਰਫ ਅਕਾਲ ਪੁਰਖ ਪਰਮਾਤਮਾ ਦੇ ਅਰਥ ਭਾਵ ਸਮਝਣੇ ਹਨ। ਗੁਰੂ ਦਰਬਾਰ ਦੀ ਜਿਸ ਕਿਸਮ ਦੀ ਸਜਾਵਟ ਦੀ ਲੋੜ ਹੋਵੇ ਉਸ ਦੀ ਜ਼ਿੰਮੇਵਾਰੀ ਗੁਰਦੁਆਰਾ ਸਟਾਫ ਵੱਲੋਂ ਹੋਵੇ। ਮੁੱਖ ਹੈੱਡ ਗ੍ਰੰਥੀ ਦੀ ਡਿਊਟੀ ਹੈ ਗੁਰਦੁਆਰਿਆਂ ਨੂੰ ਡੈਕੋਰੇਟ ਕਰਨਾ, ਗੁਰਦੁਆਰੇ ਨੂੰ ਸਜਾਉਣਾ, ਕੋਈ ਵੀ ਦਿਨ ਤਿਉਹਾਰ 'ਤੇ ਸਭ ਕੁਝ। ਨੈਕਸਟ ਹੈ ਸਨ 1928 ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੜਾਹ ਪ੍ਰਸ਼ਾਦ ਦਰਬਾਰ ਸਾਹਿਬ ਵਿੱਚ ਹੀ ਸਫਾਈ ਅਤੇ 1928 ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਉਸ ਟਾਈਮ 'ਤੇ ਕੜਾਹ ਪ੍ਰਸ਼ਾਦ ਉੱਥੇ ਹੀ ਬਣਨਾ ਸ਼ੁਰੂ ਹੋ ਗਿਆ ਸੀ। ਇਹ ਵੀ ਫੈਸਲਾ ਲਿਆ ਗਿਆ ਸੀ ਕਿ ਬਾਹਰ ਦਾ ਕੜਾਹ ਪ੍ਰਸ਼ਾਦ ਦਰਬਾਰ ਸਾਹਿਬ ਵਿੱਚ ਨਹੀਂ ਲਿਆਂਦਾ ਜਾਵੇਗਾ। ਇਹ ਪਰੰਪਰਾ ਹਰੇਕ ਗੁਰਦੁਆਰੇ ਲਈ ਜ਼ਰੂਰੀ ਹੈ। ਜਿੱਦਾਂ ਹੁਣ ਗੁਰਦੁਆਰੇ ਗੋਲਡਨ ਟੈਂਪਲ, ਹਰਿਮੰਦਰ ਸਾਹਿਬ ਵਿਖੇ ਕੋਈ ਵੀ ਆਪਣੇ ਘਰੋਂ ਕੜਾਹ ਪ੍ਰਸ਼ਾਦ ਬਣਾ ਕੇ ਉੱਥੇ ਨਹੀਂ ਲੈ ਕੇ ਜਾ ਸਕਦਾ। ਸਿਰਫ ਉੱਥੇ ਦਰਬਾਰ ਸਾਹਿਬ ਹੀ ਕੜਾਹ ਪ੍ਰਸ਼ਾਦ ਬਣਦਾ ਅਤੇ ਉਹੀ ਦੇਗ ਵਰਤਾਈ ਜਾਂਦੀ ਹੈ ਸੰਗਤਾਂ ਵਿੱਚ। ਉੱਦਾਂ ਹੀ ਪੂਰੇ ਸਾਰੇ ਵਰਲਡ ਵਿੱਚ ਇਹ ਗੁਰਦੁਆਰਿਆਂ ਵਿੱਚ ਇਹ ਰੂਲ ਬਣਨਾ ਚਾਹੀਦਾ ਕਿ ਦੇਗ ਜਿਹੜੀ ਹੈ ਸਿਰਫ ਗੁਰਦੁਆਰੇ ਹੀ ਤਿਆਰ ਹੋਏਗੀ। ਅਗਰ ਤੁਸੀਂ ਚਾਹੁੰਦੇ ਹੋ ਕਿ ਜੋ ਦੇਗ ਬਣ ਰਹੀ ਆ ਉਹ ਤੁਹਾਡੇ ਵੱਲੋਂ ਹੋਵੇ, ਲਾਈਕ ਅਗਰ ਆਪਾਂ ਘਰੋਂ ਕੜਾਹ ਪ੍ਰਸ਼ਾਦ ਬਣਾ ਕੇ ਲੈ ਕੇ ਜਾਂਦੇ ਹਾਂ ਅਤੇ ਅਰਦਾਸ ਕਰਦੇ ਹਾਂ, ਉਹਦੇ ਵਿੱਚ ਵੀ ਅਤੇ ਜਿਹੜਾ ਗੁਰਦੁਆਰੇ ਸਾਹਿਬ ਬਣਦਾ ਆਪਾਂ ਗੁਰਦੁਆਰੇ ਬਣਵਾ ਸਕਦੇ ਹਾਂ, ਪੈਸੇ ਦੇ ਸਕਦੇ ਹਾਂ, ਰਸੀਦ ਕਟਵਾ ਸਕਦੇ ਹਾਂ ਕਿ ਤੁਸੀਂ ਮੇਰੇ ਵੱਲੋਂ 100 ਰੁਪੀਜ਼ ਦਾ ਕੜਾਹ ਪ੍ਰਸ਼ਾਦ ਬਣਾ ਦਿਓ, ਤੁਸੀਂ 150 ਦਾ ਬਣਾ ਦਿਓ, 200 ਦਾ ਬਣਾ ਦਿਓ, 50 ਰੁਪਏ ਦਾ ਬਣਾ ਦਿਓ। ਤੁਸੀਂ ਰਸੀਦ ਕਟਵਾ ਸਕਦੇ ਹੋ, ਪਰਚੀ ਕਟਵਾ ਸਕਦੇ ਹੋ। ਲੇਕਿਨ ਘਰੋਂ ਕੜਾਹ ਪ੍ਰਸ਼ਾਦ ਬਣਾ ਕੇ ਗੁਰਦੁਆਰੇ ਨਾ ਲੈ ਕੇ ਜਾਓ। ਤੁਸੀਂ ਗੁਰਦੁਆਰੇ ਹੀ ਕੜਾਹ ਪ੍ਰਸ਼ਾਦ ਬਣਵਾ ਕੇ ਰਸੀਦ ਕਟਵਾ ਕੇ ਗੁਰੂ ਮਹਾਰਾਜ ਅੱਗੇ ਅਰਦਾਸ ਕਰ ਸਕਦੇ ਹੋ। ਇਹ ਰੂਲ ਜਿਹੜਾ ਹੈ ਸਾਰੇ ਗੁਰਦੁਆਰਿਆਂ ਦੇ ਵਿੱਚ ਇਹ ਰੂਲ ਲਾਜ਼ਮੀ ਚੱਲਣਾ ਚਾਹੀਦਾ ਹੈ। ਸਿਰਫ ਕੇਵਲ ਕੜਾਹ ਪ੍ਰਸ਼ਾਦ ਹੀ ਪ੍ਰਵਾਨ ਹੈ। ਇੱਥੋਂ ਸਿੱਖਿਆ ਸਾਨੂੰ ਕੀ ਮਿਲਦੀ ਹੈ ਕਿ ਕੜਾਹ ਪ੍ਰਸ਼ਾਦ ਨੂੰ ਹੀ ਪ੍ਰਸ਼ਾਦ ਦਾ ਦਰਜਾ ਦਿੱਤਾ ਗਿਆ। ਇਸ ਤੋਂ ਇਲਾਵਾ ਹੋਰ ਆਪਾਂ ਜਿੰਨੀਆਂ ਚੀਜ਼ਾਂ ਵੀ ਗੁਰਦੁਆਰੇ ਜਾ ਕੇ ਲੈਂਦੇ ਹਾਂ, ਲੱਡੂ, ਬੂੰਦੀ, ਜਿੱਦਾਂ ਹੁਣ ਅੱਜ ਕੱਲ੍ਹ 40 ਦਿਨ ਲਾਈਕ ਕਿਸੇ ਦੇ ਨਾ
ਹਰ ਇੱਕ ਗੁਰਦੁਆਰਿਆਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਸ਼ਹੀਦੀ ਪੁਰਬ ਨੂੰ ਸਮਰਪਿਤ 40 ਦਿਨ ਪਾਠ ਚੱਲ ਰਹੇ ਹੈ, 20 ਦਿਨ, ਹਫ਼ਤਾ, 15 ਦਿਨ, 10 ਦਿਨ ਐਵੇਂ ਚੱਲ ਰਹੇ ਹੈ। ਕਾਫੀ ਹੱਦ ਤੱਕ ਗੁਰਦੁਆਰਿਆਂ ਦੇ ਵਿੱਚ ਇਹ ਰੀਤੀ ਰਿਵਾਜ ਚੱਲ ਰਿਹਾ ਹੈ ਬਹੁਤ ਪਹਿਲੇ ਤੋਂ ਹੀ ਕਿ ਜਦੋਂ ਚਾਹ ਪਿਲਾਣੀ ਹੈ 40 ਦਿਨ ਕੋਈ ਨਾ ਕੋਈ ਪ੍ਰਸ਼ਾਦ ਹਰ ਇੱਕ ਫੈਮਿਲੀ ਵੱਲੋਂ ਵਾਰੀ ਲਈ ਜਾਂਦੀ ਹੈ ਅਤੇ ਉਹ ਕੜਾਹ ਪ੍ਰਸ਼ਾਦ ਦੇ ਨਾਲ ਚਾਹ ਦੇ ਨਾਲ ਵੀ ਕੁਛ ਨਾ ਕੁਛ ਐਕਸਟਰਾ ਵਰਤਾ ਰਹੇ ਹੈ। ਹਾਂ, ਤੁਸੀਂ ਉਹ ਚਾਹ ਦੇ ਨਾਲ ਵਰਤਾ ਸਕਦੇ ਹੋ, ਨੋ ਪ੍ਰੋਬਲਮ, ਲੇਕਿਨ ਆਪਾਂ ਉਹਨੂੰ ਕੜਾਹ ਪ੍ਰਸ਼ਾਦ ਦਾ ਦਰਜਾ ਨਹੀਂ ਦੇ ਸਕਦੇ। ਜੇ ਉਹ ਮੇਨ ਇੰਪੋਰਟੈਂਟ ਦਰਜਾ ਪ੍ਰਸ਼ਾਦ ਦਾ ਹੈ, ਕੜਾਹ ਪ੍ਰਸ਼ਾਦ ਦਾ, ਸਾਡੀ ਦੇਗ ਕੜਾਹ ਪ੍ਰਸ਼ਾਦ ਦਾ, ਉਹ ਦਰਜਾ ਆਪਾਂ ਕੋਈ ਹੋਰ ਸਮਾਨ ਨੂੰ, ਕੋਈ ਹੋਰ ਚੀਜ਼ਾਂ ਨੂੰ ਨਹੀਂ ਦੇ ਸਕਦੇ। ਨੈਕਸਟ ਹੈ ਰੱਬ ਦਾ ਘਰ। ਰੱਬ ਦਾ ਘਰ ਹੈ, ਰੱਬ ਦਾ ਕੋਈ ਖਾਸ ਇੱਕ ਥਾਂ ਨਹੀਂ ਹੈ। ਹਰ ਕੋਈ ਆਪਣੀ ਸਮਝ ਮੁਤਾਬਕ ਰੱਬ ਜੀ ਦਾ ਨਾਮ ਰੱਖ ਲੈਂਦਾ ਹੈ। ਇਸੇ ਲਈ ਰੱਬ ਜੀ ਦੇ ਅਨੇਕ ਨਾਂ ਹਨ। ਅਸੀਂ ਰੱਬ ਜੀ ਦਾ ਨਾਂ ਵਾਹਿਗੁਰੂ ਕਰਕੇ ਲੈਂਦੇ ਹਾਂ। ਸਾਰਾ ਕੁਝ ਜੋ ਅਸੀਂ ਵੇਖਦੇ ਹਾਂ ਵਾਹਿਗੁਰੂ ਜੀ ਦਾ ਹੀ ਬਣਾਇਆ ਹੋਇਆ ਹੈ। ਸਾਰੇ ਮਨੁੱਖ ਵਾਹਿਗੁਰੂ ਜੀ ਨੇ ਹੀ ਬਣਾਏ ਹਨ। ਸਾਰੇ ਪਸ਼ੂ ਪੰਛੀ ਬਨਸਪਤੀ ਵਾਹਿਗੁਰੂ ਜੀ ਨੇ ਹੀ ਬਣਾਏ ਹਨ। ਵਾਹਿਗੁਰੂ ਜੀ ਸਾਡੇ ਸਭ ਦੇ ਅੰਦਰ ਹੀ ਵਸਦੇ ਹਨ। ਉਹ ਸਾਡੇ ਤੋਂ ਦੂਰ ਨਹੀਂ ਹਨ, ਸਦਾ ਸਾਡੇ ਅੰਗ ਸੰਗ ਹਨ। ਗੁਰੂ ਮਹਾਰਾਜ ਦਾ ਘਰ ਕਿਹੜਾ ਹੈ? ਅਗਰ ਆਪਾਂ ਕਹੀਏ, ਗੁਰੂ ਮਹਾਰਾਜ ਦਾ ਕੋਈ ਪੱਕਾ ਘਰ ਨਹੀਂ ਹੈ। ਗੁਰੂ ਮਹਾਰਾਜ ਹਰ ਥਾਂ ਵਿਆਪਕ ਹੈ। ਹਰ ਕੋਈ ਆਪਣੇ ਮੁਤਾਬਿਕ ਨਾਮ ਰੱਖ ਲੈਂਦਾ ਹੈ। ਕੋਈ ਬੋਲਦੇ ਆ ਰਾਮ ਜੀ, ਕੋਈ ਬੋਲਦੇ ਆ ਮੁਸਲਮਾਨ, ਕੋਈ ਹੋਰ ਨਾਮ ਨਾਲ ਬੁਲਾਉਂਦੇ ਆ। ਇਸ ਕਰਕੇ ਆਪਾਂ ਬੁਲਾਉਂਦੇ ਹਾਂ ਵਾਹਿਗੁਰੂ ਦੇ ਨਾਮ ਤੋਂ। ਸਾਰਾ ਕੁਝ ਜੋ ਅਸੀਂ ਦੇਖਦੇ ਹਾਂ ਉਹ ਗੁਰੂ ਮਹਾਰਾਜ ਨੇ ਬਣਾਇਆ, ਵਾਹਿਗੁਰੂ ਜੀ ਨੇ ਬਣਾਇਆ। ਸਾਰੇ ਮਨੁੱਖ ਉਹਨਾਂ ਨੇ ਬਣਾਏ ਹੋਏ ਹੈ। ਪਸ਼ੂ ਪੰਛੀ ਬਨਸਪਤੀ ਪੇੜ ਪੌਦੇ ਪਹਾੜ ਸਭ ਕੁਛ ਵਾਹਿਗੁਰੂ ਜੀ ਨੇ ਬਣਾਏ ਹੈ। ਵਾਹਿਗੁਰੂ ਜੀ ਸਾਡੇ ਸਭ ਦੇ ਅੰਦਰ ਵਸ ਰਹੇ ਹਨ। ਜਦੋਂ ਆਪਾਂ ਕਿਸੇ ਨੂੰ ਬੋਲਦੇ ਹਾਂ ਕਿ ਇਹ ਚੜ੍ਹਾਈ ਕਰ ਗਏ ਹਨ, ਐਕਸਪਾਇਰ ਹੋ ਗਏ ਹਨ ਜਾਂ ਡੈਥ ਹੋ ਗਈ ਹੈ, ਕੀ ਹੁੰਦਾ? ਇੱਕ ਜੋਤ ਹੁੰਦੀ ਹੈ, ਇੱਕ ਵਾਹਿਗੁਰੂ ਦਾ ਨਾਮ, ਇੱਕ ਜੋਤ, ਪਰਮਾਤਮਾ ਦੀ ਜੋਤ ਹੁੰਦੀ ਹੈ ਸਾਡੇ ਅੰਦਰ। ਜਦੋਂ ਸਾਡੇ 'ਚੋਂ ਉਹ ਜੋਤ ਨਿਕਲ ਜਾਂਦੀ ਹੈ ਉਦੋਂ ਬੰਦਾ ਖ਼ਤਮ ਹੋ ਜਾਂਦਾ। ਉਦੋਂ ਬੰਦੇ ਨੂੰ ਕਿਹਾ ਜਾਂਦਾ ਹੈ ਇਹਦੀ ਡੈਥ ਹੋ ਗਈ ਹੈ, ਇਹ ਐਕਸਪਾਇਰ ਹੋ ਗਿਆ, ਆਪਣੇ ਸਵਾਸ ਤਿਆਗ ਗਿਆ। ਕੀ ਹੈ ਉਹ? ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਜੋਤ ਹੈ ਸਾਡੇ ਅੰਦਰ ਜਿਹੜੀ ਇੱਕ ਵਸ ਰਹੀ ਹੈ, ਜਿਹੜੀ ਸਾਨੂੰ ਜਿੰਦਾ ਜਾਗਦਾ ਰੱਖਦੀ ਹੈ, ਜਿਹੜੀ ਸਾਨੂੰ ਤੋਰ ਫਿਰ ਰਹੀ ਹੈ, ਜਿਹਦੇ ਆਸਰੇ 'ਤੇ ਆਪਾਂ ਚੱਲ ਰਹੇ ਹਾਂ, ਸਾਡਾ ਜੀਵਨ ਚੱਲ ਰਿਹਾ। ਅੱਗੇ ਹੈ ਪਰਮਾਤਮਾ ਸਾਡੇ ਤੋਂ ਦੂਰ ਨਹੀਂ ਹਨ, ਸਦਾ ਸਾਡੇ ਅੰਗ ਸੰਗ ਵਸ ਰਹੇ ਹਨ। ਧਰਤੀ ਆਕਾਸ਼ ਅੱਗ ਪਾਣੀ ਹਵਾ ਸਭ ਕੁਝ ਗੁਰੂ ਮਹਾਰਾਜ ਨੇ ਬਣਾਏ ਹਨ। ਸੂਰਜ ਅਤੇ ਚੰਦਰਮਾ ਵੀ ਗੁਰੂ ਮਹਾਰਾਜ ਨੇ ਬਣਾਇਆ ਹੈ। ਇਹ ਸਾਰੀਆਂ ਚੀਜ਼ਾਂ ਆਪ ਗੁਰੂ ਮਹਾਰਾਜ ਨੇ, ਵਾਹਿਗੁਰੂ ਜੀ ਨਹੀਂ ਹੋ ਸਕਦੀਆਂ। ਚੀਜ਼ਾਂ ਵਾਹਿਗੁਰੂ ਜੀ ਨੇ ਬਣਾਈਆਂ ਲੇਕਿਨ ਉਹ ਚੀਜ਼ਾਂ ਪਰਮਾਤਮਾ ਨਹੀਂ ਹੋ ਸਕਦੀਆਂ। ਉਹ ਚੀਜ਼ਾਂ ਬਣਾਈਆਂ ਗਈਆਂ ਸਾਨੂੰ ਯੂਜ਼ ਕਰਨ ਵਾਸਤੇ। ਚੰਦ, ਸੂਰਜ ਸਾਨੂੰ ਸਭ ਨੂੰ ਰੋਸ਼ਨੀ ਦਿੰਦਾ, ਇਸ ਕਰਕੇ ਉਹ ਬਣਾਇਆ ਗਿਆ, ਲੇਕਿਨ ਉਹ ਪਰਮਾਤਮਾ ਨਹੀਂ ਹੈ। ਪਰਮਾਤਮਾ ਦਾ ਦਰਜਾ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹੀ ਮਿਲੇਗਾ। ਵਾਹਿਗੁਰੂ ਜੀ ਸਭ ਕੁਝ ਬਣਾ ਕੇ ਉਸ ਦੇ ਅੰਦਰ ਆਪ ਵਸ ਰਹੇ ਹਨ। ਇਸ ਲਈ ਵਾਹਿਗੁਰੂ ਜੀ ਸਾਡੇ ਤੋਂ ਦੂਰ ਨਹੀਂ ਹਨ, ਕਿਉਂਕਿ ਚੀਜ਼ਾਂ ਬਣਾ ਕੇ ਪਰਮਾਤਮਾ ਹਰ ਇੱਕ ਵਿੱਚ ਵਸ ਰਿਹਾ ਹੈ। ਕੁਝ ਲੋਕ ਰੱਬ ਜੀ ਨੂੰ ਕਿਸੇ ਵਿਸ਼ੇਸ਼ ਥਾਂ, ਤੀਰਥ ਜਾਂ ਦਿਸ਼ਾ ਵਿੱਚ ਵਸਦਾ ਮੰਨਦੇ ਹਨ। ਅਜਿਹੀਆਂ ਥਾਵਾਂ ਦੀ ਪੂਜਾ ਕਰਦੇ ਹਨ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਸਾਰਾ ਸੰਸਾਰ ਹੀ ਵਾਹਿਗੁਰੂ ਜੀ ਦਾ ਘਰ ਹੈ। ਨਿਮਰਤਾ ਰੱਖਣੀ, ਮਿੱਠਾ ਬੋਲਣਾ, ਇਹੀ ਰੱਬ ਦੇ ਗੁਣ ਹਨ। ਕੁਐਸਚਨ ਆ ਸਕਦਾ ਰੱਬ ਦੇ ਗੁਣ ਕੀ ਹਨ? ਮਿੱਠਾ ਬੋਲਣਾ, ਨਿਮਰਤਾ ਰੱਖਣੀ, ਆਪਾਂ ਇਹ ਵਾਲਾ ਆਨਸਰ ਟਿਕ ਕਰਾਂਗੇ। ਇਹ ਕੁਐਸਚਨ ਆ ਸਕਦਾ ਹੈ। ਹੋਰ ਆ ਸਕਦਾ ਹੈ ਕਿ ਕੀ ਕਿਸੇ ਵਿਸ਼ੇਸ਼ ਥਾਂ 'ਤੇ ਜਾ ਕੇ ਪਰਮਾਤਮਾ ਨੂੰ ਲੱਭਣਾ ਗੁਰਮਤ ਹੈ? ਆਪਾਂ ਬੋਲਾਂਗੇ ਨਹੀਂ, ਇਹ ਮਨਮਤ ਹੈ। ਕਿਤੇ ਵਿਸ਼ੇਸ਼ ਥਾਂ 'ਤੇ ਜਾ ਕੇ ਪਰਮਾਤਮਾ ਨੂੰ ਨਹੀਂ ਲੱਭਣਾ। ਪਰਮਾਤਮਾ ਹਰ ਥਾਂ ਮੌਜੂਦ ਹੈ, ਸਭ ਪਾਸੇ ਹੈ, ਹਰ ਇੱਕ ਦੇ ਅੰਗ ਸੰਗ ਹੈ। ਆਪਾਂ 13 ਟੌਪਿਕਸ ਕਰ ਚੁੱਕੇ ਹਾਂ। ਲਾਸਟ 1 ਮਿੰਟ ਹੈ ਕਲਾਸ ਦਾ। 13 ਟੌਪਿਕਸ ਸਾਡੇ ਹੁਣ ਤੱਕ ਪੂਰੇ ਹੋ ਚੁੱਕੇ ਹੈ। ਆਪਾਂ ਕੋਸ਼ਿਸ਼ ਕਰਨੀ ਹੈ, ਸਾਡੇ ਕੋਲ 2 PDFs ਹੈ ਅਤੇ ਉਹ 2 PDF ਆਪਾਂ 19 ਜੂਨ ਤੱਕ ਕੰਪਲੀਟ ਕਰਾਂਗੇ। ਇਸ ਕਰਕੇ ਸਾਰਿਆਂ ਨੂੰ ਰਿਕੁਐਸਟ ਹੈ, ਸਾਰੇ ਟਾਈਮ 'ਤੇ ਕਲਾਸ ਲਗਾਇਆ ਕਰੋ। ਸਿਰਫ ਅੱਜ ਸੰਡੇ ਦਾ ਟਾਈਮ ਸੀ 11 ਵਜੇ ਦਾ, ਅਤੇ ਬਾਕੀ ਕੱਲ੍ਹ ਤੋਂ ਫਿਰ ਜਿੱਦਾਂ ਵੀ ਟਾਈਮ ਹੋਏਗਾ ਮੈਂ ਗਰੁੱਪ ਦੇ ਵਿੱਚ ਮੈਸੇਜ ਪਾ ਦਾਂਗੀ। ਠੀਕ ਹੈ ਜੀ। ਕਿਸੇ ਨੂੰ ਕੋਈ ਡਾਊਟ ਹੈ ਤਾਂ ਪੁੱਛ ਲਓ, ਹੈਂਡ ਰੇਜ਼ ਕਰ ਸਕਦੇ ਹੋ ਤੁਸੀਂ।
नहीं जी, क्लास ओवर